ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਲਗਾਏ ਜਾ ਰਹੇ ਕੈਂਪ ਦੇ ਵਿੱਚ ਆਪ ਸਭ ਜੀ ਦਾ ਬਹੁਤ ਹੀ ਸਵਾਗਤ ਹੈ ਜੀ। ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਕੈਂਪ ਦੀ ਸ਼ੁਰੂਆਤ ਵੀ ਅਸੀਂ ਜਾਪ ਸੇਵਾ ਤੋਂ ਕਰਾਂਗੇ ਜੀ। ਅੱਜ ਦੀ ਜਾਪ ਸੇਵਾ ਲੈਣਗੇ ਜੀ ਗੁਰਪਿੰਦਰ ਕੌਰ ਜੀ, ਚੋਨ ਮਹਿਲ ਕਲਾਂ ਤੋਂ। ਹਾਂਜੀ, ਅਗਰ ਉਹ ਜੁੜੇ ਨੇ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰ ਲੈਣ ਜੀ। ਗੁਰਪਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਪਣੀ ਜਾਪ ਸੇਵਾ शुरू करो जी। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਹੁਣ ਅੱਗੇ ਕੀਰਤਨ ਦੀ ਸੇਵਾ ਲੈਣਗੇ ਜੀ ਰਮਨਪ੍ਰੀਤ ਸਿੰਘ ਜੀ ਅਤੇ ਕੋਮਲਪ੍ਰੀਤ ਕੌਰ ਜੀ, EPP ਨੰਬਰ 12732 ਅਤੇ 11903, ਜੋਨ ਮਹਿਲ ਕਲਾਂ ਤੋਂ ਜੀ। ਅਗਰ ਜੁੜੇ ਨੇ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰ ਲੈਣ ਜੀ। ਬੋਲ ਦੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
ਜੀ ਬਹੁਤ ਹੀ ਵਧੀਆ ਕੀਰਤਨ ਤੁਸੀਂ ਸਾਨੂੰ ਸਰਵਨ ਕਰਵਾਇਆ ਜੀ। ਕਿਨਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਕਰੀ ਨਾ ਜਾਵੇ, ਜਿਸ ਦੇ ਭਾਵ ਅਰਥ ਹਨ ਕਿ ਜੋ ਮਨੁੱਖ ਕਿਨਕਾ ਪਰ ਉਸ ਅਕਾਲ ਪੁਰਖ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਤਾਂ ਉਸ ਦੀ ਵਡਿਆਈ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਹੁਣ ਜੀ ਅਸੀਂ ਆਪਣੇ ਅਗਲੇ ਸੈਸ਼ਨ ਵੱਲ ਵਧਦੇ ਹਾਂ ਜੀ। ਅਗਲਾ ਸੈਸ਼ਨ ਲੈਣਗੇ ਜੀ ਕੈਪਟਨ ਜਸਪਾਲ ਸਿੰਘ ਜੀ, ਜੋ ਕਿ ਸਾਨੂੰ ਦੱਸਣਗੇ ਚੰਗੀ ਸਿਹਤ ਕਿਵੇਂ ਅਤੇ ਕਿਉਂ। ਹਾਂਜੀ, ਅਗਰ ਵੀਰ ਜੀ ਜੁੜੇ ਨੇ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰ ਲੈਣ ਜੀ। ਜਦ ਤੱਕ ਉਹ ਕਰਦੇ ਨਹੀਂ ਜੀ, ਜੁੜਦੇ ਨੇ ਤੇ ਤਦ ਤੱਕ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਅੱਜ ਦੇ ਵਿਸ਼ੇ ਦੇ ਬਾਰੇ। ਸੋ ਅੱਜ ਦਾ ਵਿਸ਼ਾ ਹੈ ਜੀ ਚੰਗੀ ਸਿਹਤ ਕਿਉਂ ਅਤੇ ਕਿਵੇਂ। ਵੀਰ ਜੀ ਕੈਪਟਨ ਯਸ਼ਪਾਲ ਸਿੰਘ ਜੀ ਜੋ ਕਿ ਮਰਚੈਂਟ ਨੇਵੀ ਦੇ ਵਿੱਚ ਕੈਪਟਨ ਨੇ, ਤੇ ਉਹਨਾਂ ਨਾਲ ਇੱਕ ਵਾਰੀ ਮੁਲਾਕਾਤ ਹੋਈ ਸੀ ਤੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਸੀ। ਕਹਿੰਦੇ ਵੀ ਚਿੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰੀਏ। ਸੋ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਚਿੱਟੀ ਚੀਜ਼ ਹੈ ਖੰਡ। ਅਸੀਂ ਘਰਾਂ 'ਚ ਆਮ ਵਰਤਦੇ ਹਾਂ, ਜਦ ਕਿ ਜਿਹੜੀ ਖੰਡ ਹੈ ਉਹ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਹੈ। ਇਸੇ ਕਰਕੇ ਪਹਿਲਾਂ ਗੁੜ ਤੇ ਸ਼ੱਕਰ ਜਿਹੜੀ ਵਰਤੀ ਜਾਂਦੀ ਸੀ। ਖੰਡ ਨੂੰ ਆਪਣੇ ਘਰਾਂ 'ਚੋਂ ਕੱਢ ਦਾਂਗੇ ਤਾਂ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਬਹੁਤ ਸਾਰੀ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ। ਸੋ ਉਹਦਾ ਇੱਕ ਆਲਟਰਨੇਟ ਹੈ ਕਿ ਅਸੀਂ ਬਰਾਊਨ ਸ਼ੂਗਰ ਦਾ ਵੀ ਵੈਸੇ ਅੱਜ ਕੱਲ੍ਹ ਆਲਟਰਨੇਟ ਆਇਆ, ਨਹੀਂ ਤਾਂ ਸਭ ਤੋਂ ਵਧੀਆ ਗੁੜ। ਦੂਸਰਾ ਦੀ ਗੱਲ ਕੀਤੀ ਸੀ ਚਿੱਟੀ ਚੀਜ਼ ਮੈਦਾ। ਸੋ ਮੈਦੇ ਦੀ ਗੱਲ ਜਿਹੜੀ ਹੈਗੀ ਹੈ, ਅਸੀਂ ਜਿੰਨੇ ਵੀ ਖਾਂਦੇ ਹਾਂ ਫਾਸਟ ਫੂਡ ਖਾਂਦੇ ਹਾਂ ਤੇ ਉਹ ਸਾਰੇ ਮੈਦੇ ਦੇ ਬਣੇ ਹੁੰਦੇ ਨੇ। ਸੋ ਮੈਂ ਵੀਰ ਜੀ ਤੋਂ ਇਹ ਗੱਲ ਸਿੱਖੀ ਸੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ। ਬਾਕੀ ਵੀਰ ਜੀ ਆਪ ਹੀ ਤੁਹਾਡੇ ਨਾਲ ਸ਼ੇਅਰ ਕਰਨਗੇ ਜੀ। ਸੋ ਵੀਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸਾਰੇ ਆਪਣੇ ਪਿਆਰੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਤੇ ਹੋਰ ਸੱਜਣਾ ਮਿੱਤਰਾਂ ਨੂੰ ਜੋ ਸੁਣ ਰਹੇ ਨੇ, ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਸੋ ਅੱਜ ਗੱਲ ਕਰਾਂਗੇ ਅਸੀਂ ਸਿਹਤ ਦੀ, ਤੇ ਅਸੀਂ ਸਿੱਧਾ ਸ਼ੁਰੂ ਕਰਦੇ ਹਾਂ। ਦੇਖੋ ਜੀ, ਸਿਹਤ ਦੇ ਬਾਰੇ ਮੈਂ 3-4 ਪੱਖ ਲਵਾਂਗਾ। ਪਹਿਲੇ ਤੇ ਹੈ ਸਾਡਾ ਸਰੀਰ, ਦੂਜੀ ਗੱਲ ਸਾਡਾ ਦਿਮਾਗ, ਤੇ ਤੀਜੀ ਗੱਲ ਜਿਹੜਾ ਹੈ ਸਾਡਾ ਮਨ। ਠੀਕ ਹੈ। ਸੋ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਦੇ ਮੁੱਢਲੇ 3 ਉਪਦੇਸ਼, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਚਾਹੇ ਨਾਮ ਜਪਣਾ ਹੈ, ਚਾਹੇ ਕਿਰਤ ਕਰਨੀ ਹੈ, ਚਾਹੇ ਵੰਡ ਕੇ ਛਕਣਾ ਹੈ। ਜੇ ਸਿਹਤ ਠੀਕ ਨਾ ਹੋਵੇ ਤੇ ਤਿੰਨਾਂ ਵਿੱਚੋਂ ਕੋਈ ਵੀ ਕੰਮ ਅਸੀਂ ਫਿਰ ਬਹੁਤ ਵਧੀਆ ਢੰਗ ਦੇ ਨਾਲ ਨਹੀਂ ਕਰ ਸਕਦੇ। ਇਸ ਗੱਲ ਤੋਂ ਹਰ ਕੋਈ ਸਹਿਮਤ ਹੋਏਗਾ। ਸੋ ਇਸ ਕਰਕੇ ਸਿਹਤ ਨੂੰ ਵਧੀਆ ਰੱਖਣਾ, ਠੀਕ ਰੱਖਣਾ, ਇਹ ਸਾਡੀ ਲੋੜ ਹੀ ਨਹੀਂ, ਇਹ ਸਾਡਾ ਸਾਰਿਆਂ ਦਾ ਫਰਜ਼ ਵੀ ਹੈਗਾ। ਕਿਉਂਕਿ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਜਿਹੜੀ ਦੁਰਲਭ ਦੇ ਦਿੱਤੀ ਹੈ, ਭਈ ਬਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਜੇ ਅਸੀਂ ਆਪਣਾ ਮਨੁੱਖਾ ਜਨਮ ਨੂੰ ਸਾਰਥਕ ਕਰਨਾ ਚਾਹੁੰਦੇ ਹਾਂ, ਵਧੀਆ ਬਣਾਉਣਾ ਚਾਹੁੰਦੇ ਹਾਂ, ਤੇ ਇਸ ਜੀਵਨ ਦਾ ਆਨੰਦ ਲੈਣਾ ਚਾਹੁੰਦੇ ਹਾਂ, ਤੇ ਸਾਡੀ ਜੇ ਸਿਹਤ ਵਧੀਆ ਰਹੇਗੀ ਤੇ ਅਸੀਂ ਉਹ ਸਾਰਾ ਕੰਮ ਬਹੁਤ ਸਹਿਜੇ ਸੁਖੈਨ ਢੰਗ ਦੇ ਨਾਲ ਕਰ ਸਕਦੇ ਹਾਂ। ਪਹਿਲੀ ਗੱਲ ਜਿਹੜੀ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਉਹ ਇਹ ਵੇ ਕਿ ਸਾਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਈ ਵਾਰ ਅਸੀਂ ਇਸ ਗੱਲ ਨੂੰ ਸਿਰਫ ਮੰਨ ਲੈਂਦੇ ਹਾਂ, ਮਤਲਬ ਕਿ ਉਦਾਂ ਹੀ ਐਜ਼ਿਊਮ ਕਰ ਲੈਂਦੇ ਹਾਂ ਕਿ ਚਲੋ ਜੀ ਸਿੱਖ ਤੇ ਨਸ਼ੇ ਕਰਦੇ ਹੀ ਨਹੀਂ ਹੈਗੇ, ਪਰ ਐਸੀ ਗੱਲ ਨਹੀਂ। ਸਾਨੂੰ ਇਹਨਾਂ ਗੱਲਾਂ ਬਾਰੇ ਵੀ ਉਚੇਚੇ ਤੌਰ ਤੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਜਿਵੇਂ ਕਿ ਗੁਰਬਾਣੀ ਚ ਆਇਆ ਹੈ, ਸੁਰਸਰੀ ਸਲਲ ਕ੍ਰਿਤ ਬਾਰੂਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਹੁਣ ਸੁਰਸਰੀ ਦਾ ਮਤਲਬ ਹੁੰਦਾ ਗੰਗਾ, ਸਲਲ ਮੈਂ ਹੁੰਦਾ ਪਾਣੀ, ਕ੍ਰਿਤ ਬਣਾਈ ਜਾਵੇ, ਬਾਰੂਨੀ ਹੁੰਦੀ ਹੈ ਸ਼ਰਾਬ। ਸਾਡੇ ਦੇਸ਼ ਵਿੱਚ ਗੰਗਾ ਦੇ ਨਾਲ ਬੜੇ ਸਾਰੇ ਆਪਣੇ ਲੋਕਾਂ ਦੇ ਵਿਚਾਰ ਧਾਰਨਾਵਾਂ ਜੁੜੀਆਂ ਹੋਈਆਂ ਨੇ। ਜਿਵੇਂ ਜਿਹੜੇ ਲੋਕ ਤੀਰਥਾਂ ਦੇ ਵਿਸ਼ਵਾਸ ਕਰਦੇ ਨੇ, ਹਿੰਦੂ ਲੋਕ, ਉਹ ਕਹਿੰਦੇ ਵੀ ਗੰਗਾ 'ਚ ਇਸ਼ਨਾਨ ਕਰਨ ਦੇ ਨਾਲ ਪਾਪ ਧੋਤੇ ਜਾਂਦੇ ਨੇ, ਜਾਂ ਉਹ ਆਪਣੀ ਜ਼ਿੰਦਗੀ ਦਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਤੋਂ ਨਿਵਰਤ ਹੋ ਜਾਣ ਤੇ ਕਹਿਣਗੇ ਮੈਂ ਗੰਗਾ ਨਹਾ ਆਇਆ। ਸੋ ਇਸ ਗੱਲ ਨੂੰ ਆਧਾਰ ਬਣਾ ਕੇ ਭਗਤ ਰਵਿਦਾਸ ਜੀ ਨੇ ਗੱਲ ਸਮਝਾਈ ਕਿ ਗੰਗਾ ਜਿਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਇੰਨੀ ਪਵਿੱਤਰ ਹੈ, ਸੋ ਕਹਿੰਦੇ ਜੇ ਗੰਗਾ ਜਲ ਤੋਂ ਵੀ ਲੈ ਕੇ ਜੋ ਇੰਨੀ ਪਵਿੱਤਰ ਹੈ ਸ਼ਰਾਬ ਬਣਾਈ ਜਾਵੇ ਤੇ ਸੰਤ ਜਨ ਕਰਤ ਨਹੀਂ ਪਾਨੰ। ਜਿਹੜੇ ਗੁਰਮੁਖ ਸੱਜਣ ਹੁੰਦੇ ਨੇ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਹੁੰਦੇ ਨੇ, ਉਹ ਸ਼ਰਾਬ ਦਾ ਸੇਵਨ ਨਹੀਂ ਕਰਦੇ। ਪਹਿਲੀ ਗੱਲ। ਹੋਰ ਉਦਾਹਰਨ ਲਈਏ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਸੋ ਸੰਤ ਜਨ ਕਰਤ ਨਹੀਂ ਪਾਨੰ। ਗੁਰੂ ਸਾਹਿਬ ਕਹਿੰਦੇ ਨੇ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਇਸ ਕਰਕੇ ਬੱਚਿਓ, ਇਹ ਜਿਹੜਾ ਤੁਸੀਂ ਦ੍ਰਿੜ ਨਿਸ਼ਚਾ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਕਰ ਲੈਣਾ ਹੈ ਕਿ ਅਸੀਂ ਕਦੀ ਵੀ ਕਿਸੇ ਕਿਸਮ ਦਾ ਕੋਈ ਵੀ ਨਸ਼ਾ ਜ਼ਿੰਦਗੀ 'ਚ ਕਦੀ ਨਹੀਂ ਕਰਨਾ। ਇਹਦੇ ਸਬਬ ਕਿੱਦਾਂ ਬਣਦੇ ਨੇ? ਮਨੁੱਖ ਤਿਲਕਦਾ ਕਿਵੇਂ ਵੇ? ਇੱਕ ਤੇ ਦੋ ਗੱਲਾਂ ਹੈਗੀਆਂ, ਸੁੱਖ ਜਾਂ ਦੁੱਖ। ਜਦੋਂ ਮਨੁੱਖ ਨੂੰ ਕੁਝ ਪ੍ਰਾਪਤ ਹੁੰਦਾ ਹੈ, ਕੁਝ ਲਾਭ ਪ੍ਰਾਪਤ ਹੁੰਦਾ ਹੈ, ਜਾਂ ਉਹਦਾ ਕੋਈ ਕੰਮ ਸੰਵਰ ਜਾਂਦਾ ਹੈ, ਤੇ ਉਹ ਖੁਸ਼ੀ ਵਿੱਚ ਝੂਮ ਉੱਠਦਾ ਹੈ, ਤੇ ਉਹਦੇ ਸਾਥੀ ਮਿੱਤਰ ਕਹਿੰਦੇ ਨੇ ਵੀ ਪਾਰਟੀ ਹੋਣੀ ਚਾਹੀਦੀ ਹੈ, ਤੇ ਉਹ ਫਿਰ ਉਸਦੇ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਤੇ ਪਾਰਟੀ ਦਾ ਮਤਲਬ ਕੀ ਹੁੰਦਾ? ਪਾਰਟੀ ਵਿੱਚ ਤੇ ਫਿਰ ਇੱਦਾਂ ਦੇ ਪੁੱਠੇ ਸਿੱਧੇ ਕੰਮ ਹੁੰਦੇ ਨੇ। ਤੇ ਜਾਂ ਫਿਰ ਕੀ ਹੁੰਦਾ, ਜਦੋਂ ਬੰਦੇ ਨੂੰ ਕੋਈ ਉਹਦਾ ਕੰਮ ਵਿਗੜ ਜਾਂਦਾ ਹੈ, ਜਾਂ ਉੱਤੇ ਕੋਈ ਕਸ਼ਟ ਆਉਂਦਾ ਹੈ, ਜਾਂ ਕੋਈ ਦੁੱਖ ਤਕਲੀਫ ਆਉਂਦੀ ਹੈ, ਤੇ ਢੇਰੀ ਢਾ ਕੇ ਬਹਿ ਜਾਂਦਾ ਹੈ। ਤੇ ਉਸ ਜਿਹੜੀ ਅਵਸਥਾ ਹੈ ਦਰਦ ਵਾਲੀ, ਤਕਲੀਫ ਵਾਲੀ, ਉਹ ਤੋਂ ਨਿਕਲਣ ਲਈ ਵੀ ਬੰਦਾ ਕੇਵਲ ਨਸ਼ੇ ਦਾ ਸਹਾਰਾ ਲੈਂਦਾ ਹੈ। ਸੋ ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਇਹ ਵੇ ਕਿ ਅਸੀਂ ਮੁੱਢ ਤੋਂ ਹੀ ਫੜੀਏ ਤੇ ਉਹ ਜਿਹੜੀ ਗਲਤੀ ਹੈ ਉਹ ਨਾ ਕਰੀਏ। ਉਹ ਗਲਤੀ ਕਿਹੜੀ ਹੈ? ਅਸੀਂ ਨਾ ਪਾਰਟੀਆਂ ਦੇ ਚੱਕਰ 'ਚ ਪਈਏ ਤੇ ਨਾ ਨਿਰਾਸ਼ਾ ਦੇ ਚੱਕਰ 'ਚ ਪਈਏ। ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣਾ ਨੁਕਤਾ ਦਿੱਤਾ ਹੈ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਸਾਨੂੰ ਕੁਝ ਪ੍ਰਾਪਤ ਹੋਵੇ, ਸਾਡਾ ਕੋਈ ਕੰਮ ਸੰਵਰ ਜਾਏ, ਜਾਂ ਸਾਡਾ ਕੋਈ ਲਾਭ ਹੋ ਜਾਏ, ਜਾਂ ਸਾਡਾ ਕੋਈ ਫਾਇਦਾ ਹੋ ਜਾਏ, ਕੋਈ ਤਰੱਕੀ ਮਿਲ ਜਾਏ, ਸਾਡੀ ਜਿਹੜੀ ਮਨ ਦੀ ਇੱਛਾ ਸੀ ਪੂਰੀ ਹੋ ਜਾਏ, ਤੇ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਪਾਰਟੀ ਨਹੀਂ ਕਰਨੀ ਚਾਹੀਦੀ, ਸਾਨੂੰ ਗੁਰੂ ਅੱਗੇ ਸ਼ੁਕਰਾਨਾ ਕਰਨਾ ਚਾਹੀਦਾ, ਗੁਰੂ ਦਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਜਿਹੜੀ ਸਾਡੀ ਜਿਹੜੀ ਐਕਸਾਈਟਮੈਂਟ ਹੈਗੀ ਉਹ 'ਚ ਜਜ਼ਬ ਹੋ ਜਾਏਗੀ। ਦੂਜੀ ਗੱਲ, ਜੇ ਕਦੀ ਇਹੋ ਜਿਹਾ ਕੋਈ ਔਖਾ ਵੇਲਾ ਹੁੰਦਾ ਹੈ, ਕੋਈ ਮੁਸ਼ਕਿਲ ਆਉਂਦੀ ਹੈ, ਕੋਈ ਤਕਲੀਫ ਆਉਂਦੀ ਹੈ, ਤਾਂ ਵੀ ਸਾਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ, ਮੇਰਾ ਸਿਦਕ ਤੁਹਾਡੇ ਤੇ ਕਾਇਮ ਰਵੇ, ਮੈਂ ਡੋਲਾਂ ਨਾ, ਮੈਨੂੰ ਬਚਾ ਕੇ ਰੱਖੋ, ਮੇਰੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਰੱਖੋ, ਮੈਨੂੰ ਹੌਸਲਾ ਬਖਸ਼ੋ, ਮੈਨੂੰ ਤਾਕਤ ਬਖਸ਼ੋ, ਤਾਂ ਕਿ ਮੈਂ ਇਸ ਦੁੱਖ ਤਕਲੀਫ ਵਿੱਚੋਂ ਆਪਣੇ ਭਰੋਸੇ ਦੇ ਨਾਲ, ਤੁਹਾਡੇ ਉੱਤੇ ਭਰੋਸੇ ਦੇ ਨਾਲ ਮੈਂ ਕਾਇਮ ਰਹਿ ਸਕਾਂ ਤੇ ਉਹਦੇ ਵਿੱਚੋਂ ਲੰਘ ਸਕਾਂ। ਸੋ ਜੇ ਇਹ ਦੋ ਗੱਲਾਂ ਬੱਚਿਓ ਅਸੀਂ ਜ਼ਿੰਦਗੀ 'ਚ ਅਪਣਾ ਲਾਂਗੇ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਤੇ ਅਸੀਂ ਇਸ ਮੁਸ਼ਕਿਲ ਤੋਂ ਬਚ ਸਕਦੇ ਹਾਂ। ਸੋ ਪਹਿਲੀ ਗੱਲ ਤਾਂ ਹੋਈ ਨਸ਼ੇ ਦੀ।
ਜੋ ਸਾਡਾ ਆਰਥਿਕ ਜੀਵਨ ਤਬਾਹ ਕਰਦੇ ਨੇ, ਸਰੀਰਕ ਜੀਵਨ ਤਬਾਹ ਕਰਦੇ ਨੇ, ਸਾਡਾ ਪਰਿਵਾਰਕ ਜੀਵਨ ਤਬਾਹ ਕਰਦੇ ਨੇ, ਸਾਡਾ ਸਮਾਜਿਕ ਜੀਵਨ ਤਬਾਹ ਕਰਦੇ ਨੇ, ਤੇ ਸਾਡਾ ਜਿਹੜਾ ਹੈ ਉਹ ਧਾਰਮਿਕ ਜੀਵਨ ਹੀ ਬਰਬਾਦ ਕਰਦੇ ਨੇ। ਜ਼ਿੰਦਗੀ ਦਾ ਹਰ ਪੱਖ ਜਿਹੜਾ ਹੈ ਇਹਦੇ ਵਿੱਚ ਤਬਾਹ ਹੋ ਜਾਂਦਾ ਹੈ। ਠੀਕ ਹੈ, ਸੋ ਪਹਿਲੀ ਗੱਲ ਤੇ ਹੈਗੀ ਹੈ। ਦੂਜੀ ਗੱਲ ਬੱਚਿਓ, ਜਿਹੜਾ ਸਾਡੀ ਸਰੀਰ ਦੇ ਉੱਤੇ, ਸਿਹਤ ਦੇ ਉੱਤੇ 70% ਯੋਗਦਾਨ ਜਿਹੜਾ ਹੈ ਉਹ ਖਾਣ ਪੀਣ ਦਾ ਹੁੰਦਾ ਹੈ। ਅਸੀਂ ਕੀ ਖਾਂਦੇ ਹਾਂ, ਠੀਕ ਹੈ, ਤੇ ਕਿੰਨਾ ਖਾਂਦੇ ਹਾਂ। ਪਹਿਲੇ ਮੈਂ ਗੱਲ ਕਰਾਂਗਾ ਖਾਣ ਪੀਣ ਦੀ, ਕਿੰਨਾ ਅਮਾਉਂਟ ਦੀ ਗੱਲ। ਬੱਚਿਓ, ਅਸੀਂ ਮਨੁੱਖ ਦੀ ਕੁਦਰਤੀ ਬਿਰਤੀ ਲਾਲਚ ਦੀ ਹੈ। ਜ਼ੁਬਾਨ ਦਾ ਸਵਾਦ ਸਭ ਨੂੰ ਚੰਗਾ ਲੱਗਦਾ ਹੈ। ਗੁਰਬਾਣੀ 'ਚ ਹੀ ਆਉਂਦਾ ਹੈ, ਇਹ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਇੱਕ ਅਵਸਥਾ ਆਉਂਦੀ ਹੈ ਜਦੋਂ ਮਨੁੱਖ ਨੂੰ, ਬੱਚੇ ਨੂੰ, ਮੈਂ ਵੀ ਉਸ ਸਟੇਜ ਤੋਂ ਗੁਜ਼ਰਿਆ, ਖਾਣ ਪੀਣ ਤੋਂ ਇਲਾਵਾ ਹੋਰ ਕੁਝ ਨਹੀਂ ਸੋਚਦਾ। ਚਲੋ ਉਸ ਸਟੇਜ ਤੇ ਠੀਕ ਹੈ, ਉਦੋਂ ਲੰਘ ਜਾਂਦਾ ਬੰਦਾ। ਪਰ ਕਈ ਵੱਡੇ ਹੋ ਕੇ ਵੀ ਖਾਣ ਪੀਣ ਦੇ ਆਹਾਰ ਵਿੱਚ ਹੀ ਲੱਗੇ ਰਹਿੰਦੇ ਨੇ, ਤੇ ਅਸੀਂ ਆਪਣੇ ਆਪ ਹੀ ਕੁਝ ਮੁਹਾਵਰੇ ਬਣਾ ਲਏ ਨੇ, ਤੇ ਆਪਣੇ ਆਪ ਹੀ ਅਸੀਂ ਕਈ ਗੱਲਾਂ ਮਤਲਬ ਕਿ ਸਾਡੇ ਮੀਡੀਆ ਨੇ ਸਾਡੇ ਤੇ ਥੋਪ ਦਿੱਤੀਆਂ ਕਿ ਜਿਹੜੇ ਪੰਜਾਬੀ ਨੇ ਇਹ ਚੰਗਾ ਖਾਂਦੇ ਨੇ, ਚੰਗਾ ਪਹਿਨਦੇ ਨੇ। ਹੁਣ ਚੰਗਾ ਦਾ ਮਤਲਬ ਤੇ ਹੋਣਾ ਚਾਹੀਦਾ ਪੌਸ਼ਟਿਕ ਖਾਣਾ ਤੇ ਸਾਦਾ ਖਾਣਾ। ਉਸ ਚੰਗੇ ਖਾਣ ਨੂੰ ਅਸੀਂ ਪਸ਼ੂ ਦੀ ਨਹੀਂ ਆਈ ਖਾਣ ਵਾਂਗੂ ਸਮਝ ਲਿਆ। ਜਿਹੜੇ ਪੰਜਾਬੀ ਨੇ ਉਹ ਬੇਹਿਸਾਬਾ ਖਾਂਦੇ ਨੇ, ਤੇ ਜੋ ਗੰਦਮੰਦ ਆਏ ਉਹ ਖਾਂਦੇ ਨੇ। ਅਸੀਂ ਦੂਜਿਆਂ ਤੋਂ ਸਮਾਜ ਵਿੱਚ ਕੀ ਧਾਰਨਾ ਬਣੀ ਹੈ, ਮੀਡੀਆ ਕੀ ਕਹਿੰਦਾ ਹੈ, ਅਸੀਂ ਉਹਦੇ ਤੋਂ ਅਖਾਣ ਕੀ ਬਣੇ ਨੇ, ਅਸੀਂ ਉਹ ਤੋਂ ਸੇਧ ਨਹੀਂ ਲੈਣੀ। ਅਸੀਂ ਸੇਧ ਲੈਣੀ ਹੈ ਗੁਰਬਾਣੀ ਤੋਂ। ਗੁਰਬਾਣੀ ਕੀ ਕਹਿੰਦੀ ਹੈ? ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ, ਹਾਟੀ ਬਾਣੀ ਦ ਨਾ ਆਵੇ ਪਰ ਕਰ ਚਿਤ ਨਾ ਡੁਲਾਈ, ਬਿਨ ਨਾਮੈ ਮਨ ਟੇਕ ਨਾ ਟਿਕੀ, ਨਾਨਕ ਭੂਖ ਨਾ ਜਾਈ, ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸਚ ਵਾਪਾਰੋ, ਖੰਡਿਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਗੁਰੂ ਸਾਹਿਬ ਇਹ ਆਖਰੀ ਪੰਕਤੀ 'ਚ ਕੀ ਕਹਿੰਦੇ ਨੇ? ਭੀਹੇ ਜੋਗੀਆਂ ਨੂੰ ਕਹਿੰਦੇ ਨੇ, ਭੀਹੇ ਜੋਗੀ, ਇਹ ਆਸਣ ਉਸਣ ਕਰਕੇ ਇਧਰ ਉਧਰ ਕਰਕੇ ਮੰਗ ਕੇ ਤੇ ਇਹ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਖੰਡਿਤ ਨਿੰਦਰਾ ਅਲਪ ਆਹਾਰੰ, ਅਰਥਾਤ ਥੋੜਾ ਸੋਣਾ, ਮਤਲਬ ਹਿਸਾਬ ਦਾ ਸੋਣਾ, ਆਲਸ ਤਿਆਗ ਕੇ, ਜਿੰਨੀ ਲੋੜ ਨੀਂਦ ਦੀ ਪੂਰੀ ਸਾਡੀ ਸਰੀਰ ਨੂੰ ਚਾਹੀਦੀ ਉਨੀ ਨੀਂਦ ਲੈਣੀ, ਤੇ ਅਲਪ ਆਹਾਰੰ, ਥੋੜਾ ਖਾਣਾ, ਸੰਜਮ ਦੇ ਨਾਲ ਖਾਣਾ, ਇਹ ਜ਼ਿੰਦਗੀ ਦਾ ਤਤਸਾਰ ਹੈ। ਦੂਜੀ ਗੱਲ, ਅਸੀਂ ਆਸਾ ਕੀ ਵਾਰ 'ਚ ਵੀ ਪੜ੍ਹਦੇ ਹਾਂ ਕਿ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਰੀ ਧਰਮ ਕਮਾਇਆ। ਫਿਰ ਕਹਿੰਦੇ ਨੇ ਓਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਸੋ ਦੇਖੋ ਇੱਥੇ ਵੀ ਗੱਲ ਥੋੜੇ ਦੀ ਹੈਗੀ ਹੈ। ਸੋ ਡਾਕਟਰੀ ਲਿਹਾਜ਼ ਦੇ ਨਾਲ ਵੀ, ਮੈਡੀਕਲ ਦੇ ਲਿਹਾਜ਼ ਦੇ ਨਾਲ ਵੀ, ਤੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਉਪਦੇਸ਼ ਦੇ ਲਿਹਾਜ਼ ਨਾਲ ਵੀ ਬਹੁਤਾ ਖਾਣਾ, ਬੇਲੋੜਾ ਖਾਣਾ ਕੋਈ ਚੰਗੀ ਗੱਲ ਨਹੀਂ। ਨਾ ਇਹ ਸਾਡੇ ਆਤਮਿਕ ਜੀਵਨ ਲਈ ਚੰਗਾ ਹੈ, ਤੇ ਨਾ ਸਾਡੇ ਸਰੀਰ ਲਈ ਚੰਗਾ ਹੈ। ਇਸ ਕਰਕੇ ਬੱਚਿਓ, ਸਾਨੂੰ ਖਾਣਾ ਪੀਣਾ ਸੰਜਮ ਨਾਲ ਖਾਣਾ ਚਾਹੀਦਾ ਹੈ, ਲਾਲਚ ਦੀ ਬਿਰਤੀ ਨਾਲ ਨਹੀਂ ਖਾਣਾ ਚਾਹੀਦਾ। ਜਿੱਦਾਂ ਇੱਕ ਕਹਾਵਤ ਵੀ ਬਣੀ ਹੋਈ ਹੈ ਕਿ ਈਟ ਟੂ ਲਿਵ, ਡੂ ਨਾਟ ਲਿਵ ਟੂ ਈਟ, ਅਰਥਾਤ ਜੀਣ ਵਾਸਤੇ ਖਾਓ, ਖਾਣ ਵਾਸਤੇ ਨਾ ਜੀਓ। ਅਰਥਾਤ ਸੁਰਤ ਵਿੱਚ ਹਰ ਵੇਲੇ ਖਾਣ ਪੀਣ ਦਾ ਜਿਹੜਾ ਰੱਖਣਾ, ਤੇ ਉਹਦੇ ਨਾਲ ਫਿਰ ਸਾਡੇ ਅਚੇਤ ਮਨ ਵਿੱਚ ਹਰ ਵੇਲੇ ਖਾਣ ਪੀਣ ਦਾ ਸੁਝਿਆ ਰਹਿੰਦਾ, ਹੁਣ ਮੈਂ ਇਹ ਖਾਣਾ, ਹੁਣ ਮੈਂ ਉਹ ਖਾਣਾ। ਸੋ ਇਸ ਕਰਕੇ ਜ਼ਿਆਦਾ ਖਾਣਾ ਕੋਈ ਖੂਬੀ ਵਾਲੀ ਗੱਲ ਨਹੀਂ, ਜ਼ਿਆਦਾ ਖਾਣਾ ਕੋਈ ਸ਼ੇਖੀ ਵਾਲੀ ਗੱਲ ਨਹੀਂ। ਸੋ ਜ਼ਿਆਦਾ ਖਾਣ ਦੀ ਬਿਰਤੀ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਸਾਨੂੰ ਖਾਣਾ ਹੌਲੀ ਹੌਲੀ ਚੱਬ ਚੱਬ ਕੇ ਖਾਣਾ ਚਾਹੀਦਾ ਹੈ, ਚੰਗੀ ਤਰ੍ਹਾਂ ਹੌਲੀ ਹੌਲੀ। ਜਿਵੇਂ ਅਸੀਂ ਹੌਲੀ ਹੌਲੀ ਖਾਵਾਂਗੇ, ਫਿਰ ਅਸੀਂ ਜ਼ਿਆਦਾ ਖਾਣ ਦੀ ਬਿਰਤੀ ਤੋਂ ਬਚਾਂਗੇ। ਇਹ ਤੇ ਇਹ ਗੱਲ ਆ ਗਈ ਜ਼ਿਆਦਾ ਔਰ ਥੋੜੇ ਖਾਣ ਦੀ। ਇਹ ਗੱਲ ਸਪਸ਼ਟ ਹੋ ਗਈ ਗੁਰਬਾਣੀ ਚੋਂ ਕਿ ਜ਼ਿਆਦਾ ਖਾਣਾ ਕੋਈ ਖੂਬੀ ਵਾਲੀ ਗੱਲ ਨਹੀਂ ਹੈ। ਤੀਸਰੀ ਗੱਲ ਹੈ ਬੱਚਿਓ, ਕਿ ਖਾਣਾ ਕੀ ਹੈ? ਅਕਾਲ ਪੁਰਖ ਪਰਮਾਤਮਾ ਨੇ ਸਾਡੇ ਲਈ ਬਹੁਤ ਕੁਝ ਪਰਫੈਕਟ ਚੀਜ਼ਾਂ ਬਣਾਈਆਂ, ਪਰ ਜਿਹੜੀਆਂ ਦੁਕਾਨਾਂ ਨੇ ਜਾਂ ਫੈਕਟਰੀਆਂ ਨੇ, ਕਾਰਪੋਰੇਟ ਨੇ ਬਣਾਈਆਂ, ਉਹ ਸਾਡੇ ਲਈ ਜ਼ਹਿਰ ਹੈਗੀ ਹੈ। ਬਸ ਸਿੱਧੀ ਗੱਲ ਸਮਝ ਲਓ। ਜਿਹੜੀ ਚੀਜ਼ ਕੁਦਰਤ ਤੋਂ ਡਾਇਰੈਕਟ ਆਉਂਦੀ ਹੈ, ਉਹ ਸਾਡੇ ਲਈ ਪੌਸ਼ਟਿਕ ਹੀ ਪੌਸ਼ਟਿਕ ਹੈ, ਉਹ ਸਾਡੇ ਲਈ ਅੰਮ੍ਰਿਤ ਹੈ। ਗੁਰੂ ਸਾਹਿਬ ਕਹਿੰਦੇ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਸੋ ਇਹਦੇ ਵਿੱਚ ਬੱਚਿਓ, ਜਿਹੜਾ ਖਾਣ ਪੀਣ ਦਾ ਜੋ ਇੱਕ ਮੈਂ ਬਣਾਇਆ ਜਿਹੜਾ ਲੈਵਲ ਹੈ, ਤੁਸੀਂ ਇਹ ਦੇਖਣਾ ਹੈ, ਨੋਟ ਕਰੀ ਜਾਓ। ਜਿਹੜੀ ਸਭ ਤੋਂ ਵੱਧ ਕੁਆਂਟੀਟੀ ਹੋਣੀ ਚਾਹੀਦੀ ਤੁਹਾਡੇ ਖਾਣ ਪੀਣ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹ ਹੋਣੀ ਚਾਹੀਦੀ ਸਬਜ਼ੀਆਂ ਦੀ, ਨੰਬਰ 1 ਕੁਆਂਟੀਟੀ। ਤੇ ਹਰ ਖਾਣ ਤੋਂ ਪਹਿਲੇ, ਘੱਟ ਤੋਂ ਘੱਟ ਦੁਪਹਿਰ ਦੇ ਖਾਣ ਤੋਂ ਪਹਿਲੇ ਤੇ ਸ਼ਾਮ ਦੇ ਖਾਣ ਤੋਂ ਪਹਿਲੇ, ਨਾਲ ਨਹੀਂ। ਇਹ ਚੀਜ਼ ਮੈਂ ਆਪਣੇ ਸ਼ਿਪ ਤੇ ਸਿੱਖੀ ਸੀਗੀ, ਤੇ ਉਹ ਚੀਜ਼ ਮੈਨੂੰ ਬੜੀ ਸਹਾਈ ਹੋਈ ਹੈ। ਖਾਣਾ ਖਾਣ ਤੋਂ 10 ਮਿੰਟ ਪਹਿਲੇ ਜੋ ਵੀ ਮੌਸਮ ਦਾ ਸਲਾਦ ਅਵੇਲੇਬਲ ਹੈ, ਖੀਰਾ ਹੋ ਗਿਆ, ਟਮਾਟਰ ਹੋ ਗਿਆ, ਮੂਲੀ ਹੋ ਗਈ, ਗਾਜਰ ਹੋ ਗਈ, ਜਿਹੜੀ ਵੀ ਚੀਜ਼ ਤੁਸੀਂ ਕੱਚੇ ਤੌਰ ਤੇ ਖਾ ਸਕਦੇ ਹੋ ਧੋ ਕੇ, ਉਹ ਤੁਸੀਂ ਖਾਣਾ ਖਾਣ ਤੋਂ ਪਹਿਲੇ ਖਾ ਲੈਣੀ ਹੈ 15-20 ਮਿੰਟ ਪਹਿਲੇ। ਉਹਦਾ ਇੱਕ ਇਹ ਫਾਇਦਾ ਹੁੰਦਾ ਬੱਚਿਓ, ਨੈਚੁਰਲ ਤੁਹਾਨੂੰ ਵਾਟਰ ਜਿਹੜਾ ਹੈ ਖੀਰੇ ਵਿੱਚ, ਗਾਜਰ ਵਿੱਚ, ਸਾਰੀ ਚੀਜ਼, ਟਮਾਟਰ ਵਿੱਚ, ਉਹ ਨੈਚੁਰਲ ਤੁਹਾਨੂੰ ਮਿਨਰਲਸ ਵੀ ਮਿਲਦੇ ਨੇ, ਤੇ ਫਲੂਇਡ ਕੰਟੈਂਟ ਵੀ ਅੰਦਰ ਜਾਂਦਾ ਹੈ, ਤੇ ਉਹਦੇ ਨਾਲ ਇੱਕ ਓਵਰ ਈਟਿੰਗ ਦਾ ਖਤਰਾ ਬਚ ਜਾਂਦਾ ਹੈ।
ਤੇ ਖਾਣਾ ਖਾਣ ਤੋਂ ਪਹਿਲੇ ਜਿਹੜੇ ਖਾਂਦੇ ਆ ਅਸੀਂ ਆਮ ਤੌਰ ਤੇ ਕੀ ਕਰਦੇ ਆ, ਖਾਣਾ ਅਸੀਂ ਜ਼ਿਆਦਾ ਸਾਰਾ ਰੱਖ ਕੇ ਵਿੱਚ 2 ਟੁਕੜੇ ਮੂਲੀ ਦੇ ਰੱਖ ਲਏ, 2 ਟੁਕੜੇ ਖੀਰੇ ਦੇ ਰੱਖ ਲਏ, 1 ਟੁਕੜਾ ਆਪਾਂ ਮੜੀ ਸਲਾਈਸ ਜਿਹਾ ਕੱਟ ਕੇ ਅਸੀਂ ਉਹਨੂੰ ਸਲਾਦ ਕਰ ਦਿੰਦੇ ਹਾਂ। ਉਹ ਸਲਾਦ ਨਹੀਂ ਬੱਚਿਓ, ਜੇ ਛੋਟਾ ਖੀਰਾ ਹੈ ਤੇ ਪੂਰਾ ਖੀਰਾ ਖਾਣਾ ਹੈ, ਜੇ ਵੱਡਾ ਖੀਰਾ ਹੈ ਤੇ ਅੱਧਾ ਖੀਰਾ ਖਾਣਾ ਹੈ, ਜੇ ਛੋਟੀ ਮੂਲੀ ਹੈ ਪੂਰੀ ਮੂਲੀ ਖਾਣੀ ਹੈ, ਛੋਟਾ ਇੱਕ ਟਮਾਟਰ ਪੂਰਾ ਖਾਣਾ ਹੈ। ਸੋ ਤੁਸੀਂ ਬੱਚਿਓ ਸਲਾਦ ਖਾਓ, ਤੁਸੀਂ ਮੈਂ ਕਹਿੰਦਾ 6 ਮਹੀਨੇ ਕਰਕੇ ਦੇਖੋ ਇਹਦਾ ਤਰਤੀਬ ਨਾਲ, ਤੁਹਾਡੇ ਚਿਹਰੇ ਦੇ ਉੱਤੇ ਲਾਲੀ, ਤੁਹਾਡੀ ਚੁਸਤੀ ਫੁਰਤੀ, ਤੁਹਾਡੀ ਨੀਂਦ, ਹਰ ਚੀਜ਼ ਵਿੱਚ ਤੁਸੀਂ ਇੱਕ ਬੜਾ ਕਮਾਲ ਦਾ ਅੰਤਰ ਦੇਖੋਗੇ। ਸੋ ਇਸ ਕਰਕੇ ਬੱਚਿਓ ਖਾਣੇ ਨੂੰ ਖਾਣ ਤੋਂ ਪਹਿਲੇ ਤੁਸੀਂ ਸਲਾਦ ਖਾਣਾ ਜ਼ਰੂਰ, ਸਵੇਰੇ ਵੀ, ਆਪਣਾ ਦੁਪਹਿਰੇ ਵੀ, ਸ਼ਾਮੀ ਵੀ। ਫਰੂਟ ਸਵੇਰੇ ਖਾ ਸਕਦੇ ਹੋ, ਫਰੂਟ ਵਿੱਚ ਵੀ ਬੱਚਿਓ ਕਿਤੇ ਮਹਿੰਗੇ ਫਰੂਟ ਖਾਣ ਦੀ ਲੋੜ ਨਹੀਂ। ਮੈਂ ਦੇਖੋ ਬਾਹਰ ਜਿਹੜੇ ਜਾਣਾ, ਇੱਕ ਵਾਰ ਉਹਨੂੰ ਬਾਹਰ ਜਾਣਾ ਪੈ ਗਿਆ ਕੁਰਾਲੀ, ਤੇ ਦੂਰ ਦਾ ਸਫ਼ਰ ਸੀ, 3-4 ਘੰਟੇ ਦਾ ਸਫ਼ਰ ਸੀਗਾ, ਤੇ ਦੁਪਹਿਰ ਵੀ ਸਾਡੀ ਉੱਥੇ ਹੋ ਗਈ। ਮੇਰੀ ਮਾਸੀ ਦਾ ਮੁੰਡਾ ਨਾਲ ਸੀ, ਉਹ ਕਹਿੰਦਾ ਯਾਰ ਯਸ਼ਪਾਲ ਭੁੱਖ ਲੱਗੀ ਕੀ ਕਰੀਏ। ਮੈਂ ਕਿਹਾ ਭਾਜੀ ਦੇਖੋ ਮੈਂ ਢਾਬੇ ਤੇ ਰੋਟੀ ਨਹੀਂ ਖਾਣੀ, ਕੋਈ ਪਤਾ ਨਹੀਂ ਕਿਹੜਾ ਗੰਦਾ ਮੰਦਾ ਚੀਜ਼ ਹੋਏਗੀ, ਮੈਂ ਤੇ ਫਿਰ ਹੋਰ ਕੀ ਕਰਨਾ ਹੈ। ਮੈਂ ਕਿਹਾ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ, ਮੈਂ 1 ਦਰਜਨ ਕੇਲੇ ਖਰੀਦੇ, ਤੇ ਬੱਸ ਵਿੱਚ ਬੈਠਿਆਂ ਨੇ ਉਹ ਮੇਰੇ ਮਾਸੀ ਦੇ ਮੁੰਡੇ ਨੇ ਵੀ 6 ਕੇਲੇ ਖਾ ਲਏ ਤੇ ਮੈਂ ਵੀ 6 ਕੇਲੇ ਖਾ ਲਏ, ਤੇ ਸਾਨੂੰ ਇੱਕਦਮ ਰੱਜ ਆ ਗਿਆ। ਅਸੀਂ ਬੱਸ ਬੈਠੇ ਤੇ 2-2.5 ਘੰਟੇ ਬਾਅਦ ਅਸੀਂ ਘਰ ਆ ਗਏ, ਘਰ ਆ ਕੇ ਘਰ ਦੀ ਬਣੀ ਰੱਜ ਕੇ ਰੋਟੀ ਖਾਧੀ। ਸੋ ਬੱਚਿਓ ਕੇਲੇ 6 ਕਿੰਨੇ ਦੇ ਆਏ, 1 ਦਰਜਨ ਕੇਲੇ ਕਿੰਨੇ ਦੇ ਆਏ, 60 ਰੁਪਏ ਦੇ। ਸੋ ਦੇਖੋ ਸਸਤਾ ਵੀ ਹੈ ਸੌਦਾ ਤੇ ਕਿੰਨਾ ਵਧੀਆ ਵੀ ਹੈਗਾ। ਸੋ ਜਦੋਂ ਕਿੰਨੂ ਦਾ ਮੌਸਮ ਹੈ ਕਿੰਨੂ ਖਰੀਦ ਕੇ ਖਾ ਲਓ, ਜਦੋਂ ਇਹ ਆਪਣਾ ਕੇਲੇ ਦਾ ਮੌਸਮ ਹੈ ਇਹ ਫਾਸਟ ਫੂਡ ਹੈ, ਸਭ ਤੋਂ ਫਾਸਟ, ਛਿਲਿਆ ਤੇ ਖਾ ਲਿਆ, ਕੋਈ ਕੁੱਕ ਕਰਨ ਦੀ ਲੋੜ ਨਹੀਂ ਪਈ। ਤੇ ਤੁਹਾਨੂੰ ਕੁਦਰਤ ਦੇ ਦਿੱਤੇ ਹੋਏ ਰਜਮੇ ਵਿਟਾਮਿਨ, ਰਜਮੇ ਮਿਨਰਲਸ ਤੇ ਬਿਲਕੁਲ ਪਿਓਰ ਚੀਜ਼, ਕਿਉਂਕਿ ਛਿਲ ਕੇ ਉਹਨੂੰ ਕੋਈ ਧੋਣ ਦੀ ਵੀ ਲੋੜ ਨਹੀਂ, ਤੇ ਤੁਸੀਂ ਇਹ ਚੀਜ਼ ਕਰ ਸਕਦੇ ਹੋ। ਸੋ ਬਾਹਰ ਜਦੋਂ ਜਾਓ ਤੇ ਤੁਸੀਂ ਇਹ ਫਰੂਟ ਨੂੰ ਤਰਜੀਹ ਦੇਣੀ ਹੈ ਜਾਂ ਘਰੋਂ ਦੀ ਖਾਣਾ ਬਣਾ ਕੇ ਲੈ ਕੇ ਜਾਓ। ਸੋ ਸਬਜ਼ੀਆਂ ਦੀ ਗਿਣਤੀ ਵੱਧ ਹੋਈ ਹੈ। ਦੂਜੇ ਨੰਬਰ ਤੇ ਫਰੂਟ ਮੈਂ ਤੁਹਾਨੂੰ ਦੱਸਿਆ, ਫਰੂਟ ਸਵੇਰੇ ਖਾਓ, ਖਾਲੀ ਪੇਟ ਚਾਹ ਨਾ ਪੀਓ। ਜੇ ਚਾਹ ਨਹੀਂ ਪੀਂਦੇ ਤੇ ਸ਼ੁਰੂ ਕਰਨ ਦੀ ਲੋੜ ਨਹੀਂ ਹੈਗੀ, ਚਾਹ ਵਿੱਚ ਕੋਈ ਖੂਬੀ ਨਹੀਂ। ਜੇ ਨਹੀਂ ਪੀਂਦੇ ਸ਼ੁਰੂ ਕਰਨ ਦੀ ਲੋੜ ਨਹੀਂ, ਜੇ ਪੀਂਦੇ ਹੋ ਤੇ ਇੱਕ ਗੱਲ ਦਾ ਇੱਕ ਕੰਮ ਕਰੋ ਕਿ ਸਵੇਰੇ ਨਿਰਣੇ ਕਾਲਜੇ ਚਾਹ ਨਹੀਂ ਪੀਣੀ। ਨਿਰਣੇ ਕਾਲਜੇ ਚਾਹ ਪੀਣ ਦੇ ਬਹੁਤ ਜ਼ਿਆਦਾ ਨੁਕਸਾਨ ਨੇ। ਸਵੇਰੇ ਨਿਰਣੇ ਕਾਲਜੇ ਤੁਹਾਨੂੰ ਇਹ ਚਾਹੀਦਾ ਹੈ ਕਿ ਜਦੋਂ ਤੁਸੀਂ ਪਾਣੀ ਪੂਣੀ ਪੀ ਲਿਆ, ਥੋੜਾ ਤਿਆਰ ਤੁਰ ਹੋ ਗਏ ਹੋ, ਤੇ ਸਵੇਰ ਦਾ ਨਾਸ਼ਤਾ ਕਰਨ ਤੋਂ ਪਹਿਲੇ 1 ਜਾਂ 2 ਕੇਲੇ ਤੁਸੀਂ ਖਾਣੇ ਨੇ, ਤੇ ਫਿਰ ਤੁਸੀਂ ਬ੍ਰੇਕਫਾਸਟ ਕਰਨਾ। ਇਸੇ ਤਰ੍ਹਾਂ ਲੰਚ ਤੋਂ ਪਹਿਲੇ ਸਲਾਦ ਖਾਣਾ ਤੇ ਡਿਨਰ ਤੋਂ ਪਹਿਲੇ ਵੀ ਥੋੜਾ ਬਹੁਤ ਸਲਾਦ ਖਾਣਾ ਜੋ ਤੁਹਾਡੇ ਕੋਲ ਅਵੇਲੇਬਲ ਹੈਗਾ। ਸੋ ਸਬਜ਼ੀਆਂ ਹੋ ਗਈਆਂ, ਫਰੂਟ ਹੋ ਗਏ। ਤੀਜੇ ਨੰਬਰ ਤੇ ਫਿਰ ਆਏਗਾ ਬੱਚੋ ਲੈਗਿਊਮਸ ਤੇ ਦਾਣੇ। ਉਹ ਤੁਸੀਂ ਆਪਣੀ ਰੂਟੀਨ 'ਚ ਐਡ ਕਰਨੇ ਨੇ। ਕਦੀ ਦਾਲਾਂ ਹੋ ਗਈਆਂ, ਕਦੀ ਰਾਜਮਾਂਹ ਹੋ ਗਏ, ਕਦੀ ਚਿੱਟੇ ਛੋਲੇ ਹੋ ਗਏ, ਕਦੀ ਕਾਲੇ ਛੋਲੇ ਹੋ ਗਏ। ਇਹਨਾਂ 'ਚ ਪ੍ਰੋਟੀਨ ਵਗੈਰਾ ਹੁੰਦੀ ਹੈ, ਕਿਉਂਕਿ ਬੱਚਿਆਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ, ਸਾਰੀ ਪ੍ਰੋਟੀਨ ਸਾਨੂੰ ਇਹ 'ਚੋਂ ਮਿਲ ਜਾਂਦੀ ਹੈ। ਹੁਣ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ, ਅਸੀਂ ਕਈ ਵਾਰ 3 ਜਾਂ 4 ਰੋਟੀਆਂ ਖਾ ਲੈਂਦੇ ਤੇ ਸਬਜ਼ੀ ਥੋੜੀ ਜਿਹੀ ਲੈਂਦੇ ਹਾਂ। ਸੋ ਮੈਂ ਇੱਥੇ ਥੋੜਾ ਜਿਹਾ ਕਹਾਂਗਾ ਮੋਡੀਫਾਈ ਕਰਨਾ ਹੈ, ਤੁਸੀਂ ਫਾਕਾ ਨਹੀਂ ਕੱਟਣਾ। ਤੁਸੀਂ ਰੋਟੀ ਜੇ 4 ਖਾਂਦੇ ਹੋ ਤੇ 4 ਦੀਆਂ 3 ਕਰ ਦਿਓ, ਤੇ ਸਬਜ਼ੀ ਜਿਹੜੀ ਹੈ ਉਹਨੂੰ ਡਬਲ ਕਰ ਦਿਓ। ਦਾਲ ਜ਼ਿਆਦਾ ਖਾ ਲਵੋ, ਰਾਜਮਾ ਜ਼ਿਆਦਾ ਖਾ ਲਵੋ, ਛੋਲੇ ਜ਼ਿਆਦਾ ਖਾ ਲਵੋ। ਸੋ ਜਿਹੜੀ ਰੋਟੀ ਹੈ ਉਹ ਕਾਰਬੋਹਾਈਡਰੇਟ ਨੇ, ਉਹਦੀ ਕੁਆਂਟੀਟੀ ਤੁਸੀਂ ਘਟਾਣੀ ਹੈ। ਹੁਣ ਮੈਂ ਕੀ ਕਰਦਾ, ਮੈਂ ਜ਼ਿਆਦਾਤਰ ਇੱਕ ਰੋਟੀ ਖਾਂਦਾ ਪਰ ਨਾਲ ਸਬਜ਼ੀ ਜ਼ਿਆਦਾ ਸਾਰੀ ਖਾ ਲੈਂਦਾ, ਕਿਉਂਕਿ ਇਸ ਏਜ ਵਿੱਚ ਮੈਨੂੰ ਜ਼ਿਆਦਾ ਰੋਟੀ ਦੀ ਲੋੜ ਨਹੀਂ ਹੈਗੀ। ਜੇ ਬਹੁਤ ਕਿਤੇ ਭੁੱਖ ਲੱਗੀ ਹੋਵੇ ਫਿਰ ਮੈਂ 2 ਰੋਟੀਆਂ ਖਾ ਲੈਂਦਾ, ਪਰ ਨਾਲ ਫਿਰ ਮੈਂ ਕੀ ਕਰਦਾ, ਰੋਜ਼ ਦਾ ਕੋਈ ਨਾ ਕੋਈ ਖੀਰਾ ਹੋ ਗਿਆ, ਕੋਈ ਮੂਲੀ ਹੋ ਗਈ, ਕੋਈ ਕੇਲੇ ਹੋ ਗਏ, ਇਹ ਮੇਰੇ ਰੂਟੀਨ ਦਾ ਇੱਕ ਹਿੱਸਾ ਬਣਿਆ ਹੋਇਆ ਹੈ। ਸੋ ਦੂਜੇ ਨੰਬਰ ਤੇ ਬੱਚੇ ਇਹ ਹੋ ਗਿਆ ਲੈਗੂਮਸ। ਤੀਜੇ ਨੰਬਰ ਤੇ ਫਿਰ ਆਏਗਾ ਰੋਟੀ ਜਾਂ ਚੌਲ ਜੋ ਹੋ ਗਿਆ, ਤੇ ਅਖੀਰਲੇ ਨੰਬਰ ਤੇ ਬੱਚਿਓ ਫਿਰ ਆਏਗਾ ਫੈਟ। ਇਹਦਾ ਮਤਲਬ ਕਿ ਤਲੀਆਂ ਚੀਜ਼ਾਂ ਘੱਟ ਤੋਂ ਘੱਟ ਖਾਣੀਆਂ ਨੇ, ਘੱਟ ਤੋਂ ਘੱਟ। ਹੋਇਆ ਕਦੀ 3-4 ਮਹੀਨੇ ਬਾਅਦ ਪਕੌੜੇ ਖਾ ਲਏ, ਪਰ ਆਮ ਜ਼ਿਆਦਾ ਨਹੀਂ ਖਾਣੇ। ਤੇ ਮਿਠਾਈਆਂ ਨਹੀਂ ਖਾਣੀਆਂ, ਮਿਠਾਈਆਂ ਵੀ ਕਦੀ ਕਤਾਈ ਲੋੜ ਪਵੇ ਘਰ ਖਾ ਲਓ। ਮੈਂ ਕੀ ਕਰਦਾ, ਮੈਂ ਗੁੜ ਦਾ ਟੁਕੜਾ ਖਾ ਲੈਂਦਾ। ਗੁੜ ਵਧੀਆ ਹੈ, ਗੁੜ ਮਿੱਠਾ ਵੀ ਤੁਹਾਡਾ ਪੂਰਾ ਹੋ ਗਿਆ, ਤੇ ਉਹਦੇ 'ਚ ਬਹੁਤ ਸਾਰੇ ਮਿਨਰਲਸ ਹੁੰਦੇ ਨੇ ਗੁੜ ਦੇ ਵਿੱਚ। ਜੋ ਚੀਨੀ ਦੀ ਚਿੱਟੀ ਹੁੰਦੀ ਹੈ ਉਹ 'ਚੋਂ ਸਾਰੇ ਮਿਨਰਲਸ ਕੱਢ ਲਏ ਗਏ ਹੁੰਦੇ ਨੇ, ਉਹ ਕੱਲੀ ਸ਼ੂਗਰ ਹੁੰਦੀ ਹੈ। ਪਰ ਗੁੜ ਵਿੱਚ ਵੀ ਥੋੜਾ ਬਹੁਤ ਤੁਹਾਨੂੰ ਮਿਨਰਲਸ ਤੇ ਜਿਹੜੀਆਂ ਹੈਲਦੀ ਚੀਜ਼ਾਂ ਮਿਲ ਜਾਂਦੀਆਂ ਨੇ। ਦੂਜਾ, ਜੇ ਤੁਹਾਨੂੰ ਮਿੱਠੇ ਦੀ ਤਲਬ ਹੁੰਦੀ ਹੈ ਤੇ ਤੁਸੀਂ ਉਹਨੂੰ ਹੋਰ ਢੰਗ ਦੇ ਨਾਲ ਪੂਰੀ ਕਰ ਸਕਦੇ ਹੋ। ਜੇ ਸਰਦੀਆਂ ਹੈਗੀਆਂ ਤੇ ਤੁਸੀਂ ਖਜੂਰ ਖਾ ਸਕਦੇ ਹੋ, ਜੇ ਤੁਹਾਨੂੰ ਬਹੁਤ ਸਾਰੀਆਂ ਨਿਊਟ੍ਰੀਸ਼ਨ ਵੀ ਮਿਲ ਜਾਂਦਾ ਹੈ। ਤੁਸੀਂ ਖੁਰਮਾਨੀ 2-3 ਖਾ ਸਕਦੇ ਹੋ, ਉਹ 'ਚ ਵੀ ਬੜਾ ਸਾਰਾ ਨਿਊਟ੍ਰੀਸ਼ਨ ਹੁੰਦਾ ਹੈ। ਤੁਸੀਂ ਇੱਕ ਅੱਧੀ ਅੰਜੀਰ ਖਾ ਸਕਦੇ ਹੋ, ਨਹੀਂ ਤੇ ਗੁੜ ਖਾ ਸਕਦੇ ਹੋ। ਸੋ ਇਹ ਮੈਂ ਤੁਹਾਨੂੰ ਇੱਕ ਜੁਗਤੀਆਂ ਦੱਸ ਰਿਹਾ ਵੀ ਜੇ ਮਿੱਠੇ ਦੀ ਤਲਬ ਵੀ ਹੁੰਦੀ ਹੈ ਤੇ ਤੁਸੀਂ ਉਹਨੂੰ ਇਦਾਂ ਪੂਰਾ ਕਰ ਸਕਦੇ ਹੋ। ਬਾਜ਼ਾਰ ਦੀ ਬਣੀਆਂ ਮਿਠਾਈਆਂ ਨਹੀਂ ਖਾਣੀਆਂ। ਹਾਂ, ਜੇ ਤੁਹਾਡਾ ਜੀ ਕਰਦਾ ਹੈ ਤੇ ਘਰ ਸੇਵੀਆਂ ਬਣਵਾ ਲਓ, ਪਰ ਬੱਚਿਓ ਮਿੱਠੇ ਦੇ ਰੂਟੀਨ ਨੂੰ ਰੋਜ਼ ਨਹੀਂ ਬਣਾਉਣਾ। ਇੱਕ ਇਹ ਬੜੀ ਵੱਡੀ ਗਲਤੀ ਹੈ, ਕਈ ਲੋਕਾਂ ਨੇ ਨਾ, ਮੈਂ ਦੇਖਿਆ ਇੱਕ ਆਦਤ ਬਣਾਈ ਹੋਈ ਹੈ ਕਿ ਜੀ ਰਾਤ ਦੀ ਰੋਟੀ ਤੋਂ ਬਾਅਦ ਡੈਜ਼ਰਟ ਚਾਹੀਦੀ ਹੈ, ਜਾਂ ਆਈਸਕ੍ਰੀਮ ਹੋਣੀ ਚਾਹੀਦੀ ਹੈ, ਜਾਂ ਮਿੱਠਾ ਕੁਝ ਹੋਣਾ ਚਾਹੀਦਾ ਹੈ। ਇਹ ਆਮ ਰੂਟੀਨ ਵਿੱਚ ਤੁਸੀਂ ਮਿੱਠਾ ਇੰਨਾ ਜ਼ਿਆਦਾ ਨਹੀਂ ਖਾਣਾ। ਕਦੀ ਕਦਾਈ ਹੋਇਆ, ਹੁਣ ਮੈਂ ਵੀ ਕਦੀ ਕਦਾਈ ਖਾਣਾ, ਕਦੀ ਜੀ ਕਰਦਾ, ਕਦੀ ਮਹੀਨੇ ਬਾਅਦ, 2-3 ਹਫ਼ਤੇ ਬਾਅਦ ਕਦੀ ਸੇਵੀਆਂ ਮਾੜੀ ਬਣਵਾ ਲਈਆਂ, ਥੋੜੀ ਜਿਹੀ ਖਾ ਲਈਆਂ, ਪਰ ਉਹ ਚੀਨੀ ਬਹੁਤ ਘੱਟ ਪਾਣੀ ਹੈ। ਤੇ ਬੱਚਿਓ ਸਬਜ਼ੀਆਂ ਨੂੰ, ਦਾਲਾਂ ਨੂੰ ਤੁੜਕਾ ਨਹੀਂ ਲਾਣਾ। ਜਿਹੜੀਆਂ ਬੱਚੀਆਂ ਬੈਠੀਆਂ ਨੇ ਸੁਣ ਰਹੀਆਂ ਨੇ, ਮੈਂ ਜਿਹੜੇ ਆਰਗੇਨਾਈਜ਼ਰ ਹੈਗੇ ਨੇ, ਜਿਹੜੇ ਆਪਣੇ ਵੀਰ ਜਿਹੜੇ
ਇਹਨੂੰ ਹੋਸਟ ਕਰ ਰਹੇ ਨੇ, ਮੈਂ ਕਹਾਂਗਾ ਮੇਰਾ ਫੋਨ ਨੰਬਰ ਤੁਹਾਡੇ ਕੋਲ ਹੈਗਾ, ਤੁਸੀਂ ਉਹ ਫੋਨ ਉਹ ਬੱਚੀਆਂ ਨੂੰ ਦੇ ਦਿਓ ਤੇ ਮੈਂ ਉਹ ਬੱਚੀਆਂ ਦੀ ਗੱਲ ਆਪਣੀ ਮਿਸਿਸ ਨਾਲ ਕਰਵਾ ਦੇਵਾਂਗਾ। ਉਹ ਤੁਹਾਨੂੰ ਦੱਸ ਦੇਣਗੀਆਂ ਕਿ ਕਿੱਦਾਂ ਚੱਪਾ ਚਮਚ ਤੇਲ ਦੇ ਨਾਲ ਜਾਂ 8-10 ਬੂੰਦਾਂ ਤੇਲ ਦੇ ਨਾਲ ਸਬਜ਼ੀ ਕਿਵੇਂ ਬਣਾਈ ਜਾ ਸਕਦੀ ਹੈ, ਦਾਲ ਕਿਵੇਂ ਬਣਾਈ ਜਾ ਸਕਦੀ ਹੈ, ਤੁੜਕੇ ਤੋਂ ਬਿਨਾਂ ਸਬਜ਼ੀਆਂ ਦਾਲਾਂ ਕਿੱਦਾਂ ਬਣਾਈਆਂ ਜਾ ਸਕਦੀਆਂ। ਕੋਈ ਫਿਰ ਅਫਾਰਾ ਵੀ ਨਹੀਂ ਪੈਂਦਾ, ਕੋਈ ਖੱਟੇ ਢਕਾਰ ਵੀ ਨਹੀਂ ਆਉਂਦੇ ਤੇ ਅਸੀਂ ਰੱਜ ਕੇ ਖਾਈਦਾ ਤੇ ਮੋਟੇ ਵੀ ਨਹੀਂ ਹੋਈਦਾ। ਤੁਸੀਂ ਦੇਖੋ ਬੱਚਿਓ, 35 ਸਾਲ ਪਹਿਲੇ 40 ਸਾਲ ਪਹਿਲੇ ਜੋ ਮੇਰਾ ਪੈਂਟ ਦਾ ਸਾਈਜ਼ ਸੀ ਅੱਜ ਵੀ ਉਹੀ ਹੈਗਾ, ਕਮੀਜ਼ ਦਾ ਵੀ ਉਹੀ ਹੈਗਾ। ਉਹਦਾ ਫਾਇਦਾ ਕੀ ਹੈ, ਮੈਂ ਪਿਛਲੇ 7-8 ਸਾਲਾਂ ਤੋਂ ਨਾ ਕੋਈ ਕਮੀਜ਼ ਖਰੀਦੀ ਹੈ ਨਾ ਪੈਂਟ ਖਰੀਦੀ। ਜਦੋਂ ਤੱਕ ਮੈਂ ਨੌਕਰੀ ਕਰਦਾ ਸੀ, ਕਮਾਉਂਦਾ ਸੀਗਾ, ਮੇਰੇ ਉਹੀ ਕੱਪੜੇ ਚੱਲੀ ਜਾ ਰਹੇ ਨੇ ਤੇ ਆਉਣ ਵਾਲੇ ਲੱਗਦਾ ਜਿਹੜੇ ਸਾਲ ਮੈਂ ਗੁਜ਼ਾਰਾਂਗਾ ਜ਼ਿੰਦਗੀ ਦੇ, ਉਹਨਾਂ ਵਿੱਚ ਮੈਨੂੰ ਕੋਈ ਕੱਪੜਾ ਖਰੀਦਣ ਦੀ ਲੋੜ ਨਹੀਂ ਪਏਗੀ ਕਿਉਂਕਿ ਮੇਰਾ ਸਾਈਜ਼ ਹੀ ਨਹੀਂ ਬਦਲਿਆ। ਸੋ ਮੈਂ ਕੱਪੜੇ ਦੀ ਸਾਂਭ ਸੰਭਾਲ ਬੜੀ ਵਧੀਆ ਕਰਦਾ। ਸੋ ਬੱਚਿਓ ਇਹ ਗੱਲ ਸੀ ਵੀ ਕੀ ਖਾਣਾ ਹੈ। ਸੋ 70% ਜਿਹੜਾ ਬੱਚਿਓ ਤੁਹਾਡੀ ਡਾਈਟ ਹੈ ਤੁਹਾਡੀ ਸਿਹਤ ਨੂੰ ਡਿਟਰਮਿਨ ਕਰਦੀ, 70%। ਠੀਕ ਹੈ, ਹੁਣ ਖਾਣਾ ਕੀ ਨਹੀਂ ਹੈਗਾ ਬੱਚਿਓ, ਇਹ ਤੇ ਪੁੰਨ ਨਾਲੇ ਫਲੀਆਂ, ਸਸਤਾ ਸੌਦਾ ਵੀ ਤੇ ਸਿਹਤ ਵੀ। ਤੇ ਜੋ ਨਹੀਂ ਖਾਣਾ, ਇਹ 버ਗਰ ਹੋ ਗਏ, ਪੀਜ਼ੇ ਹੋ ਗਏ ਬੱਚਿਓ, ਕੋਈ ਨਿਊਟ੍ਰੀਸ਼ਨ ਨਹੀਂ ਹੈਗਾ ਇਹਨਾਂ 'ਚ, ਕੋਈ ਵੀ ਨਿਊਟ੍ਰੀਸ਼ਨ ਨਹੀਂ ਹੈਗਾ, ਕੋਈ ਪੌਸ਼ਟਿਕਤਾ ਨਹੀਂ ਹੈਗੀ। ਮਹਿੰਗੇ ਵੀ ਨੇ, ਉਹਨਾਂ ਨੇ ਸਿਰਫ ਇੱਕ ਆਲੀਸ਼ਾਨ ਸਟਾਈਲ ਬਣਾ ਦਿੱਤੇ, ਲੋਗੋ ਬਣਾਤੇ ਤੇ ਸਾਨੂੰ ਅੰਦਰ ਜਾ ਕੇ ਚੰਗਾ ਮਹਿਸੂਸ ਹੁੰਦਾ ਹੈ, ਆਪਣਾ ਸਟੇਟਸ ਸਾਨੂੰ ਉੱਚਾ ਨਜ਼ਰ ਆਉਂਦਾ ਵੀ ਅਸੀਂ ਖਰੇ ਅਮਰੀਕਾ ਦੇ ਨਾਲ ਰਲ ਗਏ ਹਾਂ, ਅਸੀਂ ਹੁਣ ਯੂਰਪ ਦੇ ਨਾਲ ਰਲ ਗਏ ਹਾਂ। ਭਾਵੇਂ ਅਸੀਂ ਪਿੰਡਾਂ 'ਚ ਹੈਗੇ ਹਾਂ ਪਰ ਅਸੀਂ 버ਗਰ ਖਾ ਕੇ ਆਪਣੇ ਆਪ ਨੂੰ ਉਹਨਾਂ ਨਾਲ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਵਿੱਚੋਂ ਸਾਈਕੋਲੋਜੀਕਲ ਇੱਕ ਤੁਹਾਡੀ ਸਲੇਵਰੀ ਹੈ, ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਕਰਨ ਦਾ ਇੱਕ ਤਰੀਕਾ ਹੈਗਾ। ਸੋ ਪੀਜ਼ਾ, 버ਗਰ, ਚਿਪਸ, ਬਿਸਕੁਟ, ਕੁਕੀਜ਼, ਰਸ, ਜਿੰਨੀਆਂ ਵੀ ਚੀਜ਼ਾਂ ਬਾਹਰਲੀਆਂ ਬੱਚਿਓ, ਇਹ ਬਿਲਕੁਲ ਐਮਰਜੈਂਸੀ 'ਚ ਕਿਤੇ ਕਤਾਈ ਹੋਇਆ 3-4 ਮਹੀਨੇ ਇਹ ਮਤਲਬ ਕਿ ਤੁਸੀਂ ਖਾ ਸਕਦੇ ਹੋ, ਪਰ ਇਹਨਾਂ ਨੂੰ ਆਪਣੀ ਰੂਟੀਨ ਵਿੱਚ ਡਾਈਟ ਦਾ ਹਿੱਸਾ ਨਾ ਬਣਾਓ ਕਿਰਪਾ ਕਰਕੇ। ਇਹ ਗੱਲਾਂ ਬੱਚਿਓ ਤੁਸੀਂ 20 ਸਾਲ ਬਾਅਦ 15 ਸਾਲ ਬਾਅਦ ਯਾਦ ਰੱਖੋਗੇ। ਜਦੋਂ ਅਸੀਂ ਭਰ ਜਵਾਨੀ ਵਿੱਚ ਆਉਂਦੇ ਹਾਂ ਤੇ ਇਹ ਜਿਹੜੀਆਂ ਅਸੀਂ ਬਦਪਰਹੇਜ਼ੀਆਂ ਕਰਦੀਆਂ, ਸਾਡਾ ਸਰੀਰ ਇਹਨੂੰ ਜਜ਼ਬ ਕਰ ਲੈਂਦਾ ਪਰ ਅੰਦਰ ਦੇ ਅੰਦਰ ਨੁਕਸਾਨ ਹੋ ਹੀ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾ, ਜਵਾਨੀ ਤੱਕ ਨਹੀਂ ਪਤਾ ਲੱਗਦਾ। ਕੋਈ ਸਰੀਰ ਦੀ ਸਮਰੱਥਾ ਬੜੀ ਹੁੰਦੀ ਹੈ, ਉਹ ਉਭਰ ਕੇ ਨਜ਼ਰ ਨਹੀਂ ਆਉਂਦੀ, ਹਾਰਮੋਨਸ ਬੜੇ ਤਗੜੇ ਹੁੰਦੇ ਨੇ, ਜਵਾਨੀ ਦਾ ਜ਼ੋਰ ਬੜਾ ਤਗੜਾ ਹੁੰਦਾ ਹੈ। ਪਰ ਜਿੱਦਾਂ ਹੀ ਅਸੀਂ 35-40 ਦੇ ਗੇੜ 'ਚ ਪੈਰ ਰੱਖਦੇ ਹਾਂ ਤੇ ਉਹ ਸਾਰੀਆਂ ਜਿਹੜੀਆਂ ਗਲਤੀਆਂ ਬਦਪਰਹੇਜ਼ੀਆਂ ਜਿਹੜੀ ਅਸੀਂ ਜਵਾਨੀ 'ਚ ਕੀਤੀਆਂ ਹੁੰਦੀਆਂ, ਉਹਨਾਂ ਦਾ ਅਸਰ ਫਿਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅਗਲੀ ਗੱਲ ਆ ਗਈ ਬੱਚਿਓ, ਇਹ ਮੈਂ ਹਾਂ ਹੁਣ ਸਾਦਾ ਖਾਣੇ ਨੂੰ ਸਾਦਾ ਰੱਖਣਾ ਹੈ ਤੇ ਸਾਦੇ ਖਾਣੇ ਲਈ ਵੀ ਅਸੀਂ ਗੁਰਬਾਣੀ 'ਚੋਂ ਪ੍ਰੇਰਨਾ ਲੈਣੀ ਹੈ। ਮੈਂ ਆਪਣੇ ਨਾਲ ਕੋਈ ਗੱਲ ਨਹੀਂ ਕਰਨੀ, ਅਸੀਂ ਗੁਰਬਾਣੀ ਨੂੰ ਆਧਾਰ ਬਣਾਉਣਾ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਮਤਲਬ ਕਿ ਦੇਖੋ ਭਗਤ ਫਰੀਦ ਜੀ ਉਸ ਜ਼ਮਾਨੇ 'ਚ ਵੀ ਸੁੱਕੀ ਰੁੱਖੀ ਰੋਟੀ ਖਾਣ ਦੀ ਹਿਦਾਇਤ ਦਿੰਦੇ ਨੇ। ਤੇ ਲਾਵਣ ਮੇਰੀ ਭੁੱਖ, ਲਾਵਣ ਦਾ ਮਤਲਬ ਹੈ ਸਲੂਣਾ, ਸਬਜ਼ੀ, ਅਚਾਰ, ਚਟਨੀ। ਵੀ ਜਿਹੜੀ ਭੁੱਖ ਲੱਗਦੀ ਹੈ, ਮੁਸ਼ੱਕਤ ਕਰਕੇ ਮਿਹਨਤ ਕਰਦਾ, ਮੈਨੂੰ ਭੁੱਖ ਨਹੀਂ ਲੱਗਦੀ ਹੈ ਕਿ ਮੈਨੂੰ ਰੁੱਖੀ ਰੋਟੀ ਵੀ ਸਵਾਦ ਲੱਗਦੀ ਹੈ। ਇਹ ਤੋਂ ਅਗਲਾ ਸ਼ਲੋਕ ਵੀ ਹੈਗਾ ਨਾਲ ਹੀ ਭਗਤ ਫਰੀਦ ਜੀ ਦਾ, ਫਰੀਦਾ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ, ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤੇ ਹੋਰ ਦੇਖੀਏ ਬੱਚਿਓ ਕਿ ਇਹਦਾ ਹੱਲ ਕੀ ਹੈ। ਤੁਸੀਂ ਬੜੇ ਭਾਗਾਂ ਵਾਲੇ ਹੋ ਬੱਚਿਓ ਕਿ ਤੁਸੀਂ ਜਿਹੜੇ ਆਪਣਾ ਬਾਣੀ ਪੜ੍ਹਦੇ ਹੋ। ਮਤਲਬ ਕਿ ਮੈਂ ਕਹਾਂਗਾ ਜਸਵਿੰਦਰ ਸਿੰਘ ਜੀ ਜਿਹੜੇ ਵੀਰ ਜੀ ਹੈਗੇ ਨੇ, ਬਹੁਤ ਪੁੰਨ ਦਾ ਕੰਮ ਕਰ ਰਹੇ ਨੇ, ਇਸ ਤੋਂ ਵਧੀਆ ਪੁੰਨ ਦਾ ਕੰਮ ਕੋਈ ਹੋਰ ਨਹੀਂ ਹੋ ਸਕਦਾ। ਬੱਚਿਆਂ ਨੂੰ ਐਜੂਕੇਟ ਵੀ ਕਰ ਰਹੇ ਨੇ, ਜੋ ਉਹਨਾਂ ਨੂੰ ਕਿਰਤ ਕਰਨ ਨਾਲ ਉਹਨਾਂ ਨੂੰ ਕਿਰਤ ਕਰਨ ਲਈ ਤਿਆਰ ਕਰੇਗਾ ਤੇ ਨਾਲ ਗੁਰੂ ਨਾਲ ਜੋੜਦੇ ਪਏ ਨੇ। ਇਸ ਤੋਂ ਵਧੀਆ ਗੱਲ ਤੇ ਕੋਈ ਮੈਂ ਕਹਿੰਦਾ ਜ਼ਿੰਦਗੀ 'ਚ ਹੋ ਹੀ ਨਹੀਂ ਸਕਦੀ। ਕਿਸੇ ਨੂੰ ਬਾਣੀ ਦੇ ਨਾਲ ਜੋੜ ਦੇਣਾ ਤੇ ਗੁਰੂ ਦੇ ਨਾਲ, ਗੁਰੂ ਨੂੰ ਮਤਲਬ ਉਸ ਬੱਚੇ ਦੀ ਬਾਂਹ ਫੜਾ ਲੈਣੀ, ਫਿਰ ਸਾਨੂੰ ਉਸ ਬੱਚੇ ਬਾਰੇ ਕੋਈ ਫਿਕਰ ਕਰਨ ਦੀ ਲੋੜ ਨਹੀਂ। ਉਹ ਬੱਚਾ ਆਪਣਾ ਜੀਵਨ ਵੀ ਵਧੀਆ ਕਰੇਗਾ ਤੇ ਆਪਣਾ ਆਲਾ ਦੁਆਲਾ ਵੀ ਖੁਸ਼ਬੂ ਫੈਲਾਏਗਾ। ਇਹ ਗੁਰਬਾਣੀ ਦਾ ਪ੍ਰਤਾਪ ਹੈਗਾ। ਸੋ ਇਹ ਬਹੁਤ ਵਧੀਆ ਗੱਲ ਹੈ ਬੱਚਿਓ। ਜਿਹੜੇ ਬੰਦੇ ਗੁਰਮੁਖ ਹੁੰਦੇ ਨੇ, ਬਾਣੀ ਦਾ ਜਿਲੇ ਰਸ ਆਉਣ ਲੱਗ ਜਾਂਦਾ ਹੈ ਤੇ ਫਿਰ ਸਾਡੀ ਜ਼ੁਬਾਨ ਇਹਨਾਂ ਰਸਾਂ ਵਾਲੇ ਪਾਸੇ ਨਹੀਂ ਭੱਜਦੀ। ਠੀਕ ਹੈ, ਹੁਣ ਦੇਖੋ ਗੁਰਬਾਣੀ ਚ ਆਉਂਦਾ ਹੈ, ਕਹਿੰਦੇ ਕਿ ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ। ਮਤਲਬ ਕਿ ਇਹ ਪਰਮਾਤਮਾ ਦੀ ਜੋ ਬੰਦਗੀ ਹੈ, ਬਾਣੀ ਪੜ੍ਹਨੀ, ਬਾਣੀ ਵਿਚਾਰਨੀ, ਇਹਦੇ ਨਾਲ ਸਾਨੂੰ ਇੰਨਾ ਸਵਾਦ ਆ ਜਾਂਦਾ ਹੈ ਕਿ ਫਿਰ ਖਾਣ ਪੀਣ ਦੇ ਸਵਾਦ ਵਾਲੇ ਪਾਸਿਓਂ ਸਾਡਾ ਧਿਆਨ ਹਟ ਜਾਂਦਾ ਹੈ। ਸੋ ਬੱਚਿਓ ਤੁਸੀਂ ਬੜੇ ਭਾਗਾਂ ਵਾਲੇ ਹੋ ਕਿ ਇਹਨਾਂ ਚੀਜ਼ਾਂ ਨੂੰ ਅਪਣਾਉਣਾ, ਜਿਹੜੀ ਮੈਂ ਗੱਲਾਂ ਦੱਸੀਆਂ ਤੁਹਾਨੂੰ ਕਿ ਸਾਦਾ ਖਾਣਾ, ਘਰ ਦਾ ਖਾਣਾ, ਤੁਹਾਡੇ ਲਈ ਇਹ ਜੰਗ ਜਿੱਤਣੀ ਬੜੀ ਸੌਖੀ ਹੋ ਜਾਏਗੀ ਕਿਉਂਕਿ ਤੁਸੀਂ ਆਪਣੀ ਬਾਂਹ ਗੁਰੂ ਨੂੰ ਫੜਾ ਦਿੱਤੀ ਹੈ। ਇੱਕ ਹੋਰ ਉਦਾਹਰਣ ਲੈ ਲਈਏ ਗੁਰਬਾਣੀ ਚੋਂ ਹੀ, ਕਹਿੰਦੇ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਇਹ ਰਸ, ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ।
ਇਹ ਭਗਤ ਕਬੀਰ ਜੀ ਦਾ ਸ਼ਲੋਕ ਹੈ। ਸੋ ਇਹਦੇ ਵਿੱਚ ਇਹ ਦੱਸਿਆ ਹੈ ਕਿ ਜਦੋਂ ਮਨੁੱਖ ਮਾਇਆ ਦੇ ਰਸ ਛੱਡ ਦਿੰਦਾ ਹੈ ਤੇ ਫਿਰ ਪਰਮਾਤਮਾ ਦੇ ਨਾਮ ਦੇ ਰਸ ਨੂੰ ਪਛਾਣ ਲੈਂਦਾ ਹੈ, ਤੇ ਜਦੋਂ ਉਹ ਪਰਮਾਤਮਾ ਦੇ ਨਾਮ ਦਾ ਰਸ ਦਾ ਸਵਾਦ ਲੈ ਲੈਂਦਾ ਹੈ ਤੇ ਫਿਰ ਕੀ ਹੁੰਦਾ ਹੈ? ਫਿਰ ਉਹਦੀ ਰੁਚੀ ਇਹ ਮਾਇਆ ਦੇ ਰਸਾਂ ਵੱਲ ਆਪਣੇ ਆਪ ਹੀ ਘਟ ਜਾਂਦੀ ਹੈ। ਸੋ ਬੱਚੇ, ਮੈਂ ਕਹਾਂਗਾ ਤੁਸੀਂ ਬਹੁਤ ਬਹੁਤ ਭਾਗਾਂ ਵਾਲੇ ਹੋ, ਤੁਹਾਡੇ ਮਾਪੇ ਵੀ ਬੜੇ ਖੁਸ਼ ਹੋਣਗੇ, ਤੁਹਾਡੀ ਜ਼ਿੰਦਗੀ ਦਾ ਅਗਲਾ ਸਫ਼ਰ ਬਹੁਤ ਵਧੀਆ ਹੈ। ਔਰ ਮੈਨੂੰ ਆਸ ਹੈ ਕਿ ਤੁਸੀਂ ਪੜ੍ਹ ਲਿਖ ਕੇ ਆਪਣਾ ਜੀਵਨ ਤੇ ਸਵਰਗ ਬਣਾਓਗੇ। ਤੁਸੀਂ ਹੋਰਾਂ ਦਾ ਵੀ ਜੀਵਨ ਜਿਹੜਾ ਹੈ ਸਵਰਗ ਬਣਾਓਗੇ। ਔਰ ਬੱਚੋ, ਉਹ ਸਵਰਗ ਇਸ ਧਰਤੀ ਤੇ ਹੋਏਗਾ। ਉਹ ਸਵਰਗ ਮਰਨ ਤੋਂ ਬਾਅਦ ਕੋਈ ਖਿਆਲੀ ਸੁਪਨਿਆਂ ਦਾ ਸਵਰਗ ਨਹੀਂ ਹੈਗਾ, ਜਿਹਦੇ ਬਾਰੇ ਕੋਈ ਗਰੰਟੀ ਨਹੀਂ, ਜਿਹਦੇ ਬਾਰੇ ਲਾਰੇ ਹੀ ਹੈਗੇ ਨੇ ਸਿਰਫ, ਹਨਾ। ਸੋ ਤੁਸੀਂ ਇਸ ਧਰਤੀ ਨੂੰ ਸਵਰਗ ਬਣਾਓਗੇ। ਸੋ ਇਹ ਤੁਹਾਡੇ ਲਈ ਕਰਨਾ ਹੋਰ ਸੌਖਾ ਹੋ ਗਿਆ। ਤੇ ਇਸ ਕਰਕੇ ਬੱਚਿਓ, ਜੋ ਗੁਰਬਾਣੀ ਪੜ੍ਹ ਕੇ ਜੋ ਜੀਵਨ ਦੀ ਸਾਦਗੀ ਹੈ, ਜੋ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੋ ਸਾਡੀ ਬੋਲਚਾਲ 'ਚ ਵੀ ਸਾਦਗੀ ਹੋਵੇ, ਹਉਮੈ ਦੀ ਗੱਲਾਂ ਨਾ ਹੋਣ, ਸਾਡੇ ਪਹਿਰਾਵੇ ਵਿੱਚ ਵੀ ਸਾਦਗੀ ਹੋਵੇ, ਸਾਡਾ ਰਹਿਣ ਸਹਿਣ ਦਾ ਢੰਗ ਜਿਹੜਾ ਹੈ ਉਹ ਵੀ ਸਾਦਗੀ ਵਾਲਾ ਹੋਵੇ, ਤੇ ਸਾਡਾ ਖਾਣ ਪੀਣ ਵੀ ਸਾਦਗੀ ਵਾਲਾ ਹੋਵੇ। ਤੇ ਇਸੇ ਸਾਦਗੀ ਤੇ ਫਿਰ ਪਰਮਾਤਮਾ ਰਿਝਦਾ ਹੈ, ਪਰਮਾਤਮਾ ਖੁਸ਼ ਹੁੰਦਾ ਹੈ, ਤੇ ਸਾਡਾ ਜੀਵਨ ਜਿਹੜਾ ਹੈ ਬੜਾ ਵਧੀਆ ਹੁੰਦਾ ਹੈ। ਹੁਣ ਅਗਲੀ ਗੱਲ ਕਰਾਂਗਾ ਬੱਚਿਓ। ਇਹ ਤੇ ਅਸੀਂ ਗੱਲ ਪਹਿਲੇ ਕਰ ਲਈ ਨਸ਼ਿਆਂ ਦੀ, ਫਿਰ ਅਸੀਂ ਗੱਲ ਕਰ ਲਈ ਸੰਜਮਨਾ ਖਾਣ ਦੀ, ਫਿਰ ਅਸੀਂ ਗੱਲ ਕੀਤੀ ਕੀ ਖਾਣਾ ਹੈ, ਤੇ ਉਹ 'ਚ ਅਸੀਂ ਗੱਲ ਕੀਤੀ ਵੀ ਫਰੂਟ ਖਾਣੇ ਨੇ, ਸਬਜ਼ੀਆਂ ਖਾਣੀਆਂ ਨੇ, ਦਾਲਾਂ ਸਬਜ਼ੀਆਂ ਖਾਣੀਆਂ, ਦਾਲਾਂ ਛੋਲੇ ਰਾਜਮਾ ਜਿਹੜੀ ਚੀਜ਼ਾਂ ਨੇ। ਤੇ ਅਸੀਂ ਫੈਟ ਜਿਹੜਾ ਹੈ, ਕਿਉਂਕਿ ਅੱਜ ਸਾਡੀ ਜ਼ਿੰਦਗੀ ਮੁਸ਼ੱਕਤ ਵਾਲੀ ਨਹੀਂ ਰਹੀ, ਫੈਟ ਕੈਲੋਰੀਜ਼ ਹੈਗੀਆਂ ਬਹੁਤ ਜ਼ਿਆਦਾ। ਤੇ ਉਹ ਤਾਂ ਠੀਕ ਸੀਗਾ ਜਦੋਂ ਲੋਕੀ 20-20 ਕਿਲੋਮੀਟਰ ਸਾਈਕਲ ਚਲਾਉਂਦੇ ਸੀਗੇ, ਜਦੋਂ ਲੋਕੀ 20-20 ਕਿਲੋਮੀਟਰ ਤੁਰ ਕੇ ਜਾਂਦੇ ਸੀਗੇ, ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਥੀਂ ਹਲ ਵਾਉਂਦੇ ਸੀਗੇ। ਹੁਣ ਬੱਚਿਓ, ਅਸੀਂ ਚਾਹ ਕੇ ਵੀ ਇੰਨੀ ਵਰਜਿਸ਼ ਨਹੀਂ ਕਰ ਸਕਦੇ, ਠੀਕ ਹੈ। ਸੋ ਇਸ ਕਰਕੇ ਸਾਨੂੰ ਇਹ ਤਲੀਆਂ ਚੀਜ਼ਾਂ ਤੇ ਤੁੜਕੇ ਵਾਲੀ ਚੀਜ਼ਾਂ ਦਾ ਹੁਣ ਪਰਹੇਜ਼ ਕਰਨਾ ਚਾਹੀਦਾ। ਜਿਵੇਂ ਮੈਂ ਕਿਹਾ, ਤੁਸੀਂ ਉਹ ਬੱਚੀਆਂ ਨੂੰ ਜਿਹੜੇ ਘਰ ਵਿੱਚ ਆਪਣੇ ਭਰਾਵਾਂ ਲਈ, ਮੰਮੀ ਡੈਡੀ ਲਈ ਜਾਂ ਕੁਕਿੰਗ ਦਾ ਕੰਮ ਕਰਦੀਆਂ ਨੇ, ਤੇ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੂੰ ਹੈਰਾਨੀ ਹੁੰਦੀ ਹੋਏਗੀ ਵੀ ਇਹ ਤੇਲ ਤੋਂ ਬਿਨਾਂ ਜਾਂ ਘੀ ਤੋਂ ਬਿਨਾਂ ਦਾਲ ਸਬਜ਼ੀ ਕਿਵੇਂ ਪਕਾਈ ਜਾ ਸਕਦੀ ਹੈ। ਤੇ ਤੁਸੀਂ ਉਹਨਾਂ ਨੂੰ ਫੋਨ ਨੰਬਰ ਮੇਰਾ ਦੇ ਦਿਓ, ਮੈਨੂੰ ਸੰਪਰਕ ਕਰਨਗੀਆਂ, ਮੈਂ ਉਹਨਾਂ ਦੀ ਗੱਲ ਆਪਣੀ ਪਤਨੀ ਨਾਲ ਕਰਾ ਦਾਂਗਾ, ਤੇ ਉਹ ਤੁਹਾਨੂੰ 5-10 ਮਿੰਟ ਵਿੱਚ ਹੀ ਸਾਰਾ ਸਮਝਾ ਦੇਣਗੀਆਂ ਵੀ ਇਹ ਤੋਂ ਬਿਨਾਂ ਕਿਵੇਂ ਕੁਕਿੰਗ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਹੁਣ ਅਗਲੀ ਗੱਲ ਤੁਰੀ ਹੈ ਬੱਚਿਓ, ਉਦਮ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ। ਹੁਣ ਬੱਚਿਓ, ਕਿਰਤ ਸਿਰਫ ਕਮਾਈ ਦਾ ਸਾਧਨ ਨਹੀਂ ਹੈਗਾ, ਕਿਰਤ ਇੱਕ ਵਰਜਿਸ਼ ਵੀ ਹੈਗੀ ਹੈ। ਇਹ ਅੱਗੇ ਵਧਣ ਤੋਂ ਪਹਿਲੇ ਮੈਂ ਦੱਸਾਂ ਬੱਚਿਓ ਕਿ ਸਾਡੇ ਦਿਮਾਗ 'ਚ ਕੁਝ ਕੀੜੇ ਬਣ ਜਾਂਦੇ ਨੇ ਆਪਣੇ ਆਪ, ਸਹਿਜ ਸੁਭਾਅ, ਉਹਨਾਂ ਨੂੰ ਕੱਢਣਾ ਜਾਂ ਉਸ ਕੀੜੇ ਨੂੰ ਪੈਦਾ ਹੋਣ ਤੋਂ ਰੋਕਣਾ ਹੈ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਵੇਂ ਜਿਵੇਂ ਅਸੀਂ ਖੁਸ਼ਹਾਲ ਹੁੰਦੇ ਜਾਂਦੇ ਹਾਂ, ਸਾਡੇ ਕੋਲ ਪੈਸਾ ਆਉਂਦਾ ਜਾਂਦਾ ਹੈ, ਜਾਂ ਅਸੀਂ ਪੜ੍ਹ ਲਿਖ ਜਾਂਦੇ ਹਾਂ, ਤੇ ਸਾਡੇ ਦਿਮਾਗ ਵਿੱਚ ਉਸ ਪੈਸੇ ਦਾ ਵੀ ਹੰਕਾਰ ਆ ਜਾਂਦਾ ਹੈ, ਅਚੇਤ ਰੂਪ 'ਚ ਆ ਜਾਂਦਾ ਕਿ ਮੇਰੇ ਕੋਲ ਪੈਸਾ ਹੈਗਾ, ਮੈਂ ਵੱਡਾ ਆਦਮੀ ਹੋ ਗਿਆ, ਮੈਂ ਪੜ੍ਹ ਲਿਖ ਗਿਆ, ਮੈਂ ਹੁਣ ਡਿਗਰੀਆਂ ਲੈ ਲਈਆਂ, ਮੇਰਾ ਹੁਣ ਰੁਤਬਾ ਬਣ ਗਿਆ, ਮੇਰੇ ਨਾਂ ਦੇ ਨਾਲ ਟਾਈਟਲ ਲੱਗਾ, ਮੈਂ ਕੈਪਟਨ ਹੈਗਾ, ਮੈਂ ਡਾਕਟਰ ਹੈਗਾ, ਮੈਂ ਫਲਾਨਾ ਚੇਅਰਮੈਨ ਹੈਗਾ, ਮੈਂ ਫਲਾਨਾ DC ਹੈਗਾ। ਤੇ ਉਹਦੇ ਨਾਲ ਬੱਚਿਓ ਕੀ ਹੁੰਦਾ ਹੈ ਕਿ ਦਿਮਾਗ ਵਿੱਚ ਇੱਕ ਗੱਲ ਅਚੇਤ ਰੂਪ 'ਚ ਬੈਠੀ ਹੋਈ ਹੈ ਕਿ ਝਾੜੂ ਲਾਣਾ, ਪੋਚਾ ਲਾਣਾ, ਆਪਣੇ ਕੱਪੜੇ ਆਪ ਸਾਹਮਣੇ, ਆਪਣੀ ਗੱਡੀ ਆਪ ਸਾਫ਼ ਕਰਨੀ, ਇਹ ਕਿਹੜੇ ਕੰਮ ਨੇ? ਛੋਟੇ ਕੰਮ ਨੇ। ਇਹ ਮੈਂ ਤਾਂ ਕਹਿ ਰਿਹਾ ਬੱਚਿਓ ਕਿਉਂਕਿ ਇਹ ਵਰਤਾਰਾ ਮੈਂ ਵਰਤਦੇ ਪੰਜਾਬ ਵਿੱਚ ਵੀ ਤੇ ਦਿੱਲੀ ਵਿੱਚ ਦੇਖ ਰਿਹਾ ਵੀ ਜਿਹੜੇ ਬੰਦੇ ਥੋੜੇ ਜਿਹੇ ਵੀ ਰੱਜੇ ਪੁੱਜੇ ਨੇ, ਉਹ ਸਾਰੇ ਘਰ ਦੇ ਕੰਮ ਕਰਨੇ ਛੱਡ ਦਿੰਦੇ ਨੇ। ਤੇ ਫਿਰ ਕੀ ਹੁੰਦਾ ਬੱਚਿਓ? ਜੋੜ ਜੁੜ ਜਾਂਦੇ ਨੇ, ਹਾਏ ਗੋਡੇ ਦੁਖਦੇ ਨੇ, ਹਾਏ ਮੁੰਡਾ ਦੁਖਦਾ ਹੈ, ਹਾਏ ਢਿੱਡ ਵੱਧ ਗਿਆ। ਉਹ ਫਿਰ ਭਾਰ ਘਟਾਉਣ ਲਈ ਫਿਰ ਡਾਈਟੀਸ਼ੀਅਨ ਕੋਲ ਜਾਂਦੇ ਨੇ, ਜਿਮ ਵੀ ਜਾਂਦੇ ਨੇ। ਪਹਿਲੇ ਪੈਸੇ ਨੌਕਰਾਂ ਨੂੰ ਦਿੰਦੇ ਨੇ ਤੇ ਫਿਰ ਪੈਸੇ ਡਾਈਟੀਸ਼ੀਅਨ ਨੂੰ ਤੇ ਜਿਮ ਵਾਲਿਆਂ ਨੂੰ ਦਿੰਦੇ ਨੇ। ਬੱਚੇ, ਮੈਂ ਤੇ ਕੋਈ ਜਿਮ ਜੁਆਇਨ ਨਹੀਂ ਕੀਤਾ, ਅਸੀਂ ਸਾਰੇ ਘਰ ਦੇ ਕੰਮ ਆਪ ਕਰਦੇ ਹਾਂ, ਮੇਰੀ ਪਤਨੀ ਵੀ ਤੇ ਮੈਂ ਵੀ, ਉਹ ਵੀ ਬੜਾ ਉਦਮੀ ਹੈਗੀ, ਬੜਾ ਕਰਦੀ ਹੈ। ਤੁਸੀਂ ਦੇਖੋ ਬੱਚੇ, ਫਿਜ਼ੀਓਥੈਰੇਪੀ ਅੱਜ ਤੋਂ 30 ਸਾਲ ਪਹਿਲੇ ਕੋਈ ਫਿਜ਼ੀਓਥੈਰੇਪੀ ਨਹੀਂ ਹੁੰਦੀ ਸੀਗੀ, ਇਹ ਜਿੰਨੀ ਫਿਜ਼ੀਓਥੈਰੇਪੀ ਸਾਡੇ ਘਰ ਦੇ ਕੰਮਾਂ ਵਿੱਚ ਆਟੋਮੈਟਿਕਲੀ ਹੋ ਜਾਂਦੀ ਹੈ। ਸੋ ਬੱਚਿਓ, ਗੁਰੂ ਨਾਨਕ ਪਾਤਸ਼ਾਹ ਦਾ ਜੋ ਸਿਧਾਂਤ ਹੈ ਡਿਗਨਿਟੀ ਆਫ ਲੇਬਰ, ਤੁਸੀਂ ਇਹ ਚੇਤੇ ਰੱਖਣਾ ਕਿ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਕੋਲ ਜਾ ਕੇ ਰਹੇ, ਜਿਹੜਾ ਭਾਈ ਲਾਲੋ ਦੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਸੀ, ਉਹ ਹੱਥੀਂ ਕੰਮ ਕਰਦਾ ਸੀ। ਸੋ ਹੱਥੀਂ ਕੰਮ ਕਰਨਾ ਬੱਚਿਓ, ਇਹ ਕੋਈ ਛੋਟੀ ਲੈਵਲ ਦੀ ਜਾਂ ਸਟੇਟਸ ਛੁਟਵਾਉਣ ਵਾਲੀ ਗੱਲ ਨਹੀਂ ਹੈਗੀ, ਇਹ ਮਾਣ ਵਾਲੀ ਗੱਲ ਹੈਗੀ ਹੈ। ਇਹਨਾਂ ਬੰਦੇ ਦਾ ਕੌਨਫੀਡੈਂਸ ਵੱਧਦਾ ਹੈ। ਤੁਸੀਂ ਦੇਖੋ ਬੱਚਿਓ, ਕਦੀ ਗਰੀਬ ਆਦਮੀ ਨੂੰ ਕਦੀ ਨੀਂਦ ਦੀ ਪ੍ਰੋਬਲਮ ਨਹੀਂ ਆਉਂਦੀ। ਇਹ ਨੀਂਦ ਦੀ ਪ੍ਰੋਬਲਮ ਕਿਹਨੂੰ ਆਉਂਦੀ? ਜਿਹੜੇ ਅਮੀਰ ਨੇ, ਉਹੀ ਡਾਕਟਰਾਂ ਕੋਲ ਜਾਂਦੇ ਨੇ, ਸਾਨੂੰ ਨੀਂਦ ਨਹੀਂ ਆਉਂਦੀ। ਤੇ ਤੁਹਾਨੂੰ ਪਤਾ ਹੈ ਹਾਰਟ ਅਟੈਕ ਵੀ ਕਿਹਨੂੰ ਹੁੰਦੇ ਨੇ? ਅਮੀਰਾਂ ਨੂੰ ਹੁੰਦੇ ਨੇ, ਗਰੀਬਾਂ ਨੂੰ ਹਾਰਟ ਅਟੈਕ ਨਹੀਂ ਹੁੰਦੇ। ਗਰੀਬਾਂ ਦੀ ਸਮੱਸਿਆ ਹੋਰ ਹੈਗੀ, ਉਹ ਵਿਚਾਰੇ ਕਿਉਂਕਿ ਉਹ ਅਨਪੜ੍ਹ ਨੇ, ਉਹ ਝੁੱਗੀ ਝੋਪੜੀਆਂ 'ਚ ਰਹਿੰਦੇ ਨੇ, ਜਾਂ ਉਹਨਾਂ ਨੂੰ ਪਤਾ ਨਹੀਂ ਹੈਗਾ, ਉਹ ਜਾਂ ਨਸ਼ਿਆਂ ਕਰਕੇ ਮਰਦੇ ਨੇ, ਜਾਂ ਜੌਂਡਿਸ ਕਰਕੇ ਮਰਦੇ ਨੇ, ਜਾਂ ਛੂਤ ਦੀ ਬਿਮਾਰੀਆਂ ਜਿਹੜੀਆਂ ਗੰਦਗੀ ਨਾਲ ਫੈਲਦੀਆਂ, TB ਨਾਲ ਮਰਦੇ ਨੇ, ਜਾਂ ਉਹ ਟਾਈਫਾਇਡ ਨਾਲ ਮਰਦੇ ਨੇ, ਜਾਂ ਕੋਲਰਾ ਨਾਲ ਮਰਦੇ ਨੇ, ਹੈਜੇ ਨਾਲ ਮਰਦੇ ਨੇ, ਜਾਂ ਨਸ਼ੇ ਕਰਕੇ ਮਰਦੇ ਨੇ, ਜਾਂ ਹੋਰ ਗਲਤੀਆਂ ਕਰਕੇ ਮਰਦੇ ਨੇ। ਪਰ ਵੱਡੇ ਬੰਦੇ ਜਿਹੜੇ ਨੇ ਅਮੀਰ, ਉਹ ਕਿਹਦੇ ਨਾਲ ਮਰਦੇ ਨੇ? ਉਹ ਸ਼ੂਗਰ, BP,
ਤੇ ਇਹ ਤੁਹਾਡੀ ਹਾਰਟ ਅਟੈਕ, ਇਹ ਬਿਮਾਰੀਆਂ ਗਰੀਬਾਂ ਨੂੰ ਕਦੀ ਨਹੀਂ ਹੁੰਦੀਆਂ। ਸੋ ਬੱਚਿਓ ਇਹਦਾ ਕੀ ਮਤਲਬ ਹੋਇਆ? ਉਹ ਗਰੀਬਾਂ ਨੂੰ ਕਿਉਂ ਨਹੀਂ ਹੁੰਦੀਆਂ? ਕਿਉਂਕਿ ਉਹ ਜਿਹੜੀਆਂ ਤਲੀਆਂ ਚੀਜ਼ਾਂ ਮਿਠਾਈਆਂ ਉਹ ਖਾਣ ਜੋਗੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ, ਤੇ ਦੂਜੀ ਗੱਲ ਨਾ ਉਹਨਾਂ ਕੋਲ ਉਹਨਾਂ ਦੇ ਕੰਮ ਕਰਨ ਲਈ ਨੌਕਰ ਚਾਕਰ ਹੁੰਦੇ ਨੇ। ਸੋ ਕਿਉਂ ਨਾ ਅਸੀਂ ਇਹ ਗੱਲ ਆਪਣੇ ਵਾਸਤੇ ਅਪਣਾ ਲਈਏ। ਅਸੀਂ ਜੌਂਡਿਸ ਵਰਗੀਆਂ, ਕੋਲਰਾ ਵਰਗੀ, ਟਾਈਫਾਇਡ ਬਿਮਾਰੀ ਤੋਂ ਬਚੇ ਹੀ ਹੋਏ ਆ, ਤੇ ਕਿਉਂ ਨਾ ਇਹ ਬਿਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾ ਲਈਏ। ਕਿਵੇਂ ਕਰਕੇ? ਕਿ ਅਸੀਂ ਆਪਣੇ ਘਰ ਦੇ ਕੰਮ ਆਪ ਕਰੀਏ, ਆਪਣੀ ਗੱਡੀ ਆਪ ਸਾਫ਼ ਕਰੀਏ, ਝਾੜੂ ਪੋਚਾ ਆਪ ਲਾਈਏ, ਭਾਂਡੇ ਆਪ ਮਾਂਜੀਏ, ਡਸਟਿੰਗ ਆਪ ਕਰੀਏ, ਕੱਪੜੇ ਆਪ ਧੋਈਏ, ਸੁਕਾਈਏ, ਤਹਿ ਲਾਈਏ, ਪ੍ਰੈਸ ਕਰੀਏ। ਬੱਚਿਓ ਪੈਸੇ ਦੀ ਬਚਤ ਵੀ ਹੈ, ਕੌਨਫੀਡੈਂਸ ਵੀ ਆਉਂਦਾ ਹੈ, ਸਰੀਰ ਥੱਕਦਾ ਵੀ ਹੈ, ਤੇ ਨੀਂਦ ਬੜੀ ਵਧੀਆ ਆਉਂਦੀ ਹੈ। ਦੂਜੀ ਗੱਲ, ਅਸੀਂ ਇਹ ਇੱਕ ਮਿਥ ਲਈਏ ਨਿਸ਼ਾਨਾ ਕਿ ਮੈਂ 1.5 ਕਿਲੋਮੀਟਰ ਤੱਕ ਦਾ ਸਫ਼ਰ ਜਿਹੜਾ ਉਹਦੇ ਲਈ ਮੈਂ ਸਕੂਟਰ ਜਾਂ ਕਨਵੀਨੀਅੰਸ ਨਹੀਂ ਕੱਢਣਾ। ਮੈਂ ਤੇ ਬੱਚਿਓ ਵੈਸੇ 5-5 ਕਿਲੋਮੀਟਰ ਤੱਕ ਵੀ ਤੁਰ ਕੇ ਜਾਣਾ, ਦਿੱਲੀ ਵਰਗੇ ਸ਼ਹਿਰ ਵਿੱਚ ਵੀ। ਆਪਣਾ ਕੋਈ ਕੰਮ ਕਰਨਾ, ਮੈਂ ਕੋਈ ਗੱਡੀ ਨਹੀਂ ਰੱਖੀ ਹੋਈ, ਮਤਲਬ ਮੈਂ ਗੱਡੀ ਦੇ ਖਿਲਾਫ ਨਹੀਂ ਹੈਗਾ, ਮੈਂ ਗੱਡੀ ਇਸ ਕਰਕੇ ਨਹੀਂ ਰੱਖੀ ਕਿਉਂਕਿ ਮੈਨੂੰ ਗੱਡੀ ਦੀ ਲੋੜ ਨਹੀਂ ਪੈਂਦੀ। ਜੇ ਕਿਤੇ ਜਾਣਾ ਹੋਵੇ ਤਾਂ ਮੈਂ ਟੈਕਸੀ ਕਰ ਲੈਣਾ ਜਾਂ ਆਟੋ ਕਰ ਲੈਣਾ, ਕਿਉਂਕਿ ਜਿਹੜੇ ਮਾਹਰ ਲੋਕ ਇਹ ਕਹਿੰਦੇ ਨੇ, ਕਹਿੰਦੇ ਜੇ ਰੋਜ਼ ਦੀ ਐਵਰੇਜ ਤੁਸੀਂ 40 ਕਿਲੋਮੀਟਰ ਗੱਡੀ ਨਹੀਂ ਚਲਾਉਂਦੇ ਜਾਂ ਔਰ ਗੱਡੀ ਤੁਹਾਡੇ ਵਾਸਤੇ ਕਮਾਈ ਦਾ ਸਾਧਨ ਨਹੀਂ ਬਣਦੀ, ਮਤਲਬ ਤੁਸੀਂ ਕੋਈ ਜੌਬ ਕਰਦੇ ਹੋ, ਕੋਈ ਬਿਜ਼ਨਸ ਕਰਦੇ ਹੋ, ਤੇ ਫਿਰ ਉਹ ਗੱਡੀ ਲੈਣਾ ਵਿਅਰਥ ਹੈਗਾ। ਉਹ ਗੱਡੀ ਤੁਹਾਡੇ ਲਈ ਇੱਕ ਵਾਧੂ ਦਾ ਖਰਚਾ ਹੈਗੀ ਹੈ। ਇਹਦੇ ਨਾਲ ਤੁਸੀਂ ਟੈਕਸੀ ਕਰ ਲਓ, ਜੇ ਕਦੀ ਕਦੀ ਜਾਣਾ, ਹਫ਼ਤੇ 'ਚ ਇੱਕ ਅੱਧੀ ਵਾਰ ਜਾਣਾ ਤੇ ਤੁਸੀਂ ਆਟੋ ਕਰ ਲਓ, ਟੈਕਸੀ ਕਰ ਲਓ, ਤੇ ਉਹ ਪੈਸੇ ਜਿਹੜੇ ਹੈਗੇ ਨੇ ਤੁਹਾਡੇ, ਜਿਹੜੇ ਤੁਸੀਂ 7-8 ਲੱਖ ਖਰਚਣੇ ਸੀ, ਉਹ ਤੁਹਾਡੀ ਬਚਤ ਹੋ ਜਾਏਗੀ। ਸੋ ਮੈਂ ਕੀ ਕਰਦਾ ਬੱਚਿਓ, ਘਰ ਦੀ ਗਰੋਸਰੀ ਲੈਣ ਜਾਣਾ ਹੈ, ਜਿੱਦਾਂ ਸਬਜ਼ੀਆਂ ਲੈਣ ਜਾਣਾ ਹੈ, ਸੌਦਾ ਲੈਣ ਜਾਣਾ ਹੈ, ਕੋਈ ਛੋਟੇ ਮੋਟੇ ਕੰਮ ਨੇ, ਉਹ ਮੈਂ ਸਾਰੇ ਪੈਦਲ ਕਰਦਾ। ਜਦੋਂ ਇਹਦਾ ਨਾ ਹੋਵੇ ਫਿਰ ਮੈਂ ਸੈਰ ਕਰ ਲੈਂਦਾ, ਤੇ ਮੇਰੇ ਜਿਹੜੇ ਘਰ ਦੇ ਕੰਮ ਨੇ ਮੈਂ ਨੋਟ ਕਰਦਾ ਰਹਿਣਾ। ਜਦੋਂ 5-6 ਕੰਮ ਇਕੱਠੇ ਹੋ ਜਾਂਦੇ ਨੇ ਤੇ ਮੇਰੇ ਦਿਮਾਗ 'ਚ ਨਕਸ਼ਾ ਹੁੰਦਾ ਕਿ ਇਹ 5-6 ਕੰਮ ਮੈਂ ਕਰਨੇ ਨੇ। ਪਹਿਲੇ ਮੈਂ ਇੱਧਰ ਜਾਵਾਂਗਾ, ਫਿਰ ਇੱਧਰ ਜਾਵਾਂਗਾ, ਫਿਰ ਇੱਧਰ ਜਾਵਾਂਗਾ, ਫਿਰ ਇੱਧਰ ਜਾਵਾਂਗਾ, ਫਿਰ ਇੱਧਰ ਜਾਵਾਂਗਾ, ਤੇ ਮੇਰੀ ਅੱਜ 7-8 ਕਿਲੋਮੀਟਰ, 9 ਕਿਲੋਮੀਟਰ ਦੀ ਵੈਸੀ ਸੈਰ ਹੋ ਜਾਣੀ ਹੈ। ਤੇ ਇਸ ਕਰਕੇ ਮੈਂ ਅੱਜ ਸੈਰ ਕਰਨ ਨਹੀਂ ਜਾਣਾ, ਫਿਰ ਉਦੋਂ ਮੈਂ ਸੈਰ ਕਰਨ ਨਹੀਂ ਜਾਂਦਾ, ਤੇ ਮੈਂ ਸਾਰੇ ਕੰਮ ਤੁਰ ਕੇ ਆਪਣੇ ਪੂਰੇ ਵੀ ਕਰ ਲੈਣਾ, ਤੇ ਮੇਰੀ ਸੈਰ ਵੀ ਹੋ ਜਾਂਦੀ ਹੈ, ਤੇ ਮੇਰਾ ਕੋਈ ਖਰਚਾ ਵੀ ਨਹੀਂ ਹੁੰਦਾ। ਕਿੰਨਾ ਵਧੀਆ ਕੰਮ ਹੈ ਬੱਚਿਓ। ਸੋ ਇਸ ਕਰਕੇ ਬੱਚਿਓ, ਹੁਣ ਮੈਂ ਪਿੰਡਾਂ 'ਚ ਕੀ ਦੇਖਦਾ, ਲੋਕੀ ਪਿੰਡ ਦੇ ਮੁੱਢ ਤੇ ਉਹਨਾਂ ਦਾ ਖੇਤ ਚੱਪਾ ਕਿਲੋਮੀਟਰ ਹੈਗਾ, ਉਹ ਤੇ ਸਕੂਟਰ ਤੇ ਜਾਂਦੇ ਨੇ, ਤੇ ਇੰਨੀਆਂ ਗੋਗੜਾਂ ਹੋ ਗਈਆਂ ਉਹਨਾਂ ਦੀਆਂ। ਹੁਣ ਪਿੰਡਾਂ ਵਿੱਚ ਵੀ ਪਹਿਲੇ ਪਿੰਡਾਂ 'ਚ ਸ਼ੂਗਰ ਦੇ ਮਰੀਜ਼ ਨਹੀਂ ਹੁੰਦੇ ਸੀ, ਬੀਪੀ ਦੇ ਮਰੀਜ਼ ਨਹੀਂ ਹੁੰਦੇ ਸੀਗੇ। ਹੁਣ ਪਿੰਡਾਂ 'ਚ ਤੁਹਾਨੂੰ ਆਮ ਸ਼ੂਗਰ ਦੇ ਮਰੀਜ਼ ਵੀ ਮਿਲ ਜਾਣਗੇ, ਬੀਪੀ ਦੇ ਮਰੀਜ਼ ਮਿਲ ਜਾਣਗੇ, ਕਿਉਂਕਿ ਉਹ ਪੱਠੇ ਸਕੂਟਰ ਤੇ ਲੈ ਕੇ ਆਉਂਦੇ ਨੇ। ਉਹ ਪਿੰਡ ਦੇ ਮੁੱਢ ਤੇ ਜਿਹੜਾ ਕਸਬਾ ਹੈਗਾ, ਜਿਹਨੂੰ ਅਸੀਂ ਉਹ ਮਤਲਬ ਕਿ ਬਾਜ਼ਾਰ ਹੈਗਾ, ਉਹ ਅੱਧਾ ਕਿਲੋਮੀਟਰ ਦੇ ਵੇ, ਉੱਥੇ ਸਕੂਟਰ ਤੇ ਜਾਂਦੇ ਨੇ, ਪੈਦਲ ਨਹੀਂ ਜਾਂਦੇ, ਹੱਥੀਂ ਝੋਲੇ ਨਹੀਂ ਚੱਕਦੇ, ਕੋਈ ਵਰਜਿਸ਼ ਨਹੀਂ ਹੁੰਦੀ ਉਹਨਾਂ ਦੀ, ਤੇ ਪੱਠੇ ਕੁਤਰਨ ਨੂੰ ਉਹਨਾਂ ਨੇ ਮੋਟਰਾਂ ਲਾ ਲਈਆਂ ਜਾਂ ਭਈਏ ਲਾ ਲੈਣੇ। ਸੋ ਬੱਚਿਓ, ਇਹ ਜਿਹੜੀ ਬਿਮਾਰੀ ਹੈ, ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ, ਤੇ ਤੁਸੀਂ ਚੁਕੰਨੇ ਹੋ ਜਾਓ, ਤੇ ਇਹ ਸਮਝ ਲਓ ਬੱਚਿਓ, ਹੱਥੀਂ ਕੰਮ ਕਰਨਾ ਇਹ ਨਿਆਮਤ ਹੈ, ਨਿਆਮਤ, ਇਹ ਮੌਕਾ ਹੈ, ਇਹਨੂੰ ਗਵਾਇਓ ਨਾ, ਇਹ ਵਰਜਿਸ਼ ਹੈ। ਇਹਨਾਂ ਸਰੀਰ ਮਜ਼ਬੂਤ ਹੁੰਦਾ ਹੈ, ਹੱਡੀਆਂ ਮਜ਼ਬੂਤ ਹੁੰਦੀਆਂ, ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ, ਤੇ ਤੁਹਾਡਾ ਇਮਿਊਨ ਸਿਸਟਮ ਵੀ ਜ਼ਿਆਦਾ ਸਟਰੋਂਗ ਹੁੰਦਾ ਹੈ। ਸੋ ਇਹ ਗੱਲ ਬੱਚਿਓ ਮੈਂ ਉਦੋਂ ਦੀ ਕੀਤੀ। ਇਹ ਗੱਲ ਮੈਂ ਤੁਹਾਨੂੰ ਉਦੋਂ ਦੀ ਹੋਰ ਦੱਸਾਂ, ਮੈਂ ਕਰੀਬ 10-15 ਸਾਲ ਪਹਿਲੇ ਰੀਡਰਸ ਡਾਈਜੈਸਟ ਵਿੱਚ ਮੈਂ ਇੱਕ ਜਹਾਜ਼ ਤੇ ਸੀਗਾ, ਤੇ ਮੈਗਜ਼ੀਨ ਪੜ੍ਹ ਰਿਹਾ ਸੀਗਾ, ਤੇ ਉਸ ਮੈਗਜ਼ੀਨ ਵਿੱਚ ਅਮਰੀਕਨ ਇੱਕ ਯੂਨੀਵਰਸਿਟੀ ਨੇ, ਮੈਡੀਕਲ ਯੂਨੀਵਰਸਿਟੀ ਨੇ ਇੱਕ ਨਾ ਐਕਸਪੈਰੀਮੈਂਟ ਕੀਤਾ, ਤੇ ਉਹ ਐਕਸਪੈਰੀਮੈਂਟ ਦੇ ਰਿਜ਼ਲਟ ਸੀਗੇ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਕੁੜੀਆਂ ਮੁੰਡੇ ਵੋਲੰਟੀਅਰ ਲਏ, 18 ਤੋਂ 25 ਸਾਲ ਦੇ, ਮਤਲਬ ਕਿ ਅਸੀਂ ਕਹਿੰਦੇ ਪ੍ਰਾਈਮ ਆਫ ਲਾਈਫ, ਭਰ ਜਵਾਨੀ ਦੇ ਬੰਦੇ, 18 ਤੋਂ 25 ਸਾਲ ਦੇ ਕੁੜੀਆਂ ਮੁੰਡੇ ਲਏ ਸਕੂਲ ਕਾਲਜ ਦੇ, ਤੇ ਵੋਲੰਟੀਅਰ ਦੇ ਤੌਰ ਤੇ, ਮੈਨੂੰ ਯਾਦ ਨਹੀਂ ਗਿਣਤੀ 50-100 ਜਿੰਨੇ ਵੀ ਲਏ, ਤੇ ਉਹਨਾਂ ਨੇ ਇੱਕ ਥਾਂ ਲੈ ਲਈ, ਉੱਥੇ ਉਹਨਾਂ ਨੂੰ ਰੱਖ ਦਿੱਤਾ 1 ਮਹੀਨੇ ਲਈ। ਕਹਿੰਦੇ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਜੋ ਖਾਣ ਨੂੰ ਮੰਗੋਗੇ ਤੁਹਾਨੂੰ ਮਿਲੇਗਾ, ਜਿਹੜੀ ਮੂਵੀ ਦੇਖਣੀ ਹੈ ਉਹ ਮਿਲੇਗੀ, ਤੁਹਾਨੂੰ ਬੈਠੇ ਨੂੰ ਰੋਟੀ ਮਿਲੇਗੀ, ਤੁਹਾਡੇ ਭਾਂਡੇ ਵੀ ਚੱਕ ਕੇ ਅਸੀਂ ਰੱਖਾਂਗੇ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿਰਫ ਬੈਠੇ ਰਹਿਣਾ ਹੈ ਤੇ ਲੰਮੇ ਪੈ ਰਹਿਣਾ ਹੈ, ਤੇ ਪਰ ਐਕਟੀਵਿਟੀ ਕੋਈ ਨਹੀਂ ਕਰਨੀ। ਇਹ ਉਹਨੇ ਐਕਸਪੈਰੀਮੈਂਟ ਕੀਤਾ, ਤੇ ਐਕਸਪੈਰੀਮੈਂਟ ਕਰਨ ਤੋਂ ਪਹਿਲੇ ਉਹਨਾਂ ਨੇ ਪੈਰਾਮੀਟਰਸ ਚੈੱਕ ਕਰ ਲਏ, ਮਤਲਬ ਕਿ ਮੈਡੀਕਲ ਪੈਰਾਮੀਟਰਸ, ਵੀ ਉਹਨਾਂ ਦਾ ਹਾਰਟ ਬੀਟ ਚੈੱਕ ਕੀਤੀ, ਉਹਨਾਂ ਦਾ ਫਿਰ ਆਪਣਾ ਜੋ ਲੀਵਰ ਦੇ ਜੋ ਟੈਸਟ ਸੀਗੇ ਉਹ ਕੀਤੇ, ਕਿਡਨੀ ਦੇ ਕੀਤੇ, ਸਾਰੇ ਉਹਨਾਂ ਦੇ ਅੰਗਾਂ ਦਾ ਜੋ ਉਹਨਾਂ ਨੂੰ ਚਾਹੀਦਾ ਸੀ, ਉਹਨਾਂ ਨੇ ਉਹਦਾ ਇੱਕ ਰਿਕਾਰਡ ਰੱਖ ਲਿਆ ਵੀ ਇਹ ਬੰਦੇ ਦਾ ਇਹ ਨਾਂ ਹੈ, ਇਹ ਉਮਰ ਹੈ, ਇਹ ਇੱਥੇ ਰਹਿੰਦਾ ਹੈ, ਤੇ ਇਹਦੀ ਮੈਡੀਕਲ ਰਿਪੋਰਟ ਹੈਗੀ ਹੈ। ਹੁਣ ਉਹਨਾਂ ਨੇ ਕੀ ਕੀਤਾ, 1 ਮਹੀਨੇ ਬਾਅਦ, 1 ਮਹੀਨੇ ਵਾਸਤੇ ਉਹਨਾਂ ਨੇ ਇਦਾਂ ਕੀਤਾ, 1 ਮਹੀਨੇ ਬਾਅਦ ਉਹਨਾਂ ਦਾ ਦੁਬਾਰਾ ਮੈਡੀਕਲ ਟੈਸਟ ਕੀਤਾ, ਤੇ ਉਹਨਾਂ ਨੇ ਰਿਪੋਰਟ ਵਿੱਚ ਪਤਾ ਕੀ ਨਤੀਜਾ ਕੱਢਿਆ, ਉਹ ਜਿੰਨੇ ਵੀ ਬੰਦੇ ਸੀਗੇ, ਮੁੰਡੇ ਕੁੜੀਆਂ 18 ਤੋਂ 25 ਸਾਲ ਦੇ, 1 ਮਹੀਨੇ ਦੇ ਅੰਦਰ ਉਹਨਾਂ ਸਾਰਿਆਂ ਦੇ ਅੰਗ ਦੀ ਰਿਪੋਰਟ ਇਦਾਂ ਦੀ ਆਈ ਜਿੱਦਾਂ ਇੱਕ 60 ਸਾਲ ਦੇ ਬੰਦੇ ਦੀ ਰਿਪੋਰਟ ਆਉਂਦੀ ਹੈ, 60 ਸਾਲ ਦੇ ਬੰਦੇ ਦੀ ਰਿਪੋਰਟ ਹੈ। ਮੈਂ ਆਪਣੇ ਨਾਲ ਗੱਲ ਨਹੀਂ ਕਰ ਰਿਹਾ, ਰੀਡਰਸ ਡਾਈਜੈਸਟ ਬੜੀ ਮੰਨੀ ਪਰਮੰਨੀ ਔਰ ਬੜੀ ਉਹ ਰਿਲਾਇਬਲ ਮੈਗਜ਼ੀਨ ਹੈਗੀ ਹੈ, ਇੰਟਰਨੈਸ਼ਨਲ ਮੈਗਜ਼ੀਨ ਹੈਗੀ ਹੈ, ਉਹਦੇ ਵਿੱਚ ਪੜ੍ਹੀ ਸੀ ਮੈਂ ਸ਼ਿਪ ਦੇ ਉੱਤੇ। ਹੁਣ ਮੈਂ ਕਹਾਂ, ਫਿਰ ਬੜਾ ਹੈਰਾਨ ਹੋਇਆ, ਮੈਂ ਦੰਗ ਰਹਿ ਗਿਆ। ਫਿਰ ਮੈਨੂੰ ਅਚਾਨਕ ਯਾਦ ਆਇਆ ਵੀ ਇਹ ਤੇ ਗੱਲ ਕੋਈ ਨਹੀਂ ਸਮਝਣੀ ਵੀ ਔਖੀ ਨਹੀਂ। ਹੁਣ ਬੱਚੋ, ਕਦੀ ਨਾ ਕਦੀ ਹੋ ਸਕਦਾ ਤੁਸੀਂ ਕਦੀ ਰਿਸ਼ਤੇਦਾਰੀ ਵਿੱਚ ਆਂਢ ਗੁਆਂਢ ਕਦੀ ਕਿਸੇ ਦੀ ਲੱਤ ਜਾਂ ਬਾਂਹ ਫ੍ਰੈਕਚਰ ਹੋਈ ਦੇਖੀ ਹੋਵੇ, ਤੇ ਤੁਹਾਨੂੰ ਪਤਾ ਜਦੋਂ ਫ੍ਰੈਕਚਰ ਹੁੰਦੀ ਹੈ
ਮੈਨੂੰ ਯਾਦ ਹੈ ਫਿਰ ਜਿੱਲੇ ਮੈਂ ਰਿਪੋਰਟ ਪੜ੍ਹੀ ਤੇ ਮੈਨੂੰ ਆਪਣੇ ਮਾਮਾ ਜੀ ਦੇ ਮੁੰਡੇ ਦੀ ਗੱਲ ਯਾਦ ਆ ਗਈ। ਉਹਦੀ ਅਸੀਂ ਜਦ ਸਕੂਲ ਸੀਗੇ ਉਹਦੀ ਲੱਤ ਟੁੱਟੀ ਸੀਗੀ, ਇੱਕ ਮੋਟਰਸਾਈਕਲ ਮਾਰ ਗਿਆ ਸੀ ਉਹਨੂੰ, ਲੱਤ ਟੁੱਟੀ ਤੇ ਉਹਦੀ ਲੱਤ ਤੇ ਪਲਸਤਰ ਹੋਇਆ ਤੇ ਜਦੋਂ 40 ਦਿਨਾਂ ਬਾਅਦ ਪਲਸਤਰ ਖੁੱਲਿਆ ਤੇ ਉਹਦੀ ਲੱਤ ਨਾ ਸੁੱਕ ਕੇ ਕਾਨੇ ਵਰਗੀ ਹੋ ਗਈ ਸੀਗੀ। ਉਹ ਮੈਂ ਕਿਹਾ ਇਹ ਕੀ ਹੋਇਆ ਤੇ ਮੈਂ ਘਬਰਾ ਗਿਆ, ਮੈਂ ਕਿਹਾ ਤੇਰੀ ਲੱਤ ਤੇ ਖਤਮ ਹੋ ਗਈ ਆ। ਮੈਂ ਸਕੂਲ ਸੀਗਾ, ਪਤਾ ਨਹੀਂ ਸੀ ਮੈਨੂੰ ਪੂਰੀ ਗੱਲ ਦਾ। ਉਹ ਕਹਿੰਦੇ ਨੇ ਡਾਕਟਰ ਕਹਿੰਦਾ ਆਪੇ ਹੀ ਠੀਕ ਹੋ ਜਾਏਗੀ। ਤੇ ਉਹ ਫਿਰ ਉਹ ਜਿੱਲੇ ਮੂਵਮੈਂਟ ਉਹਨੇ ਸ਼ੁਰੂ ਕੀਤੀ ਤੇ ਉਹ ਮਸਲ ਡਿਵੈਲਪ ਹੋ ਗਈ, ਉਹ ਠੀਕ ਹੋ ਗਈ। ਹੁਣ ਉਹ ਲੱਤ ਸੁੱਕ ਕੇ ਕੰਡਾ ਕਿਉਂ ਹੋ ਗਈ? ਕਿਉਂਕਿ ਉਹ ਲੱਤ ਇਨਐਕਟਿਵ ਸੀਗੀ, ਉਹ ਲੱਤ ਪਲਸਤਰ ਵਿੱਚ ਸੀਗੀ, ਉਹ ਲੱਤ ਕੋਈ ਕੰਮ ਨਹੀਂ ਕਰ ਰਹੀ ਸੀਗੀ, ਇਸ ਕਰਕੇ ਉਹਦੀ ਮਸਲਸ ਜਿਹੜੀਆਂ ਸੀ ਵੀਕ ਹੋ ਗਈਆਂ। ਹੁਣ ਉਹਨਾਂ ਨੇ ਡਾਕਟਰਾਂ ਨੇ ਕੀ ਕਿਹਾ, ਉਹਨਾਂ ਨੇ ਫਿਰ ਡਾਕਟਰਾਂ ਨੇ ਜਿਹੜੇ ਉਹ ਰਿਪੋਰਟ ਬਣਾ ਰਹੇ ਸੀਗੇ ਮਹੀਨੇ ਬਾਅਦ, ਉਹਨਾਂ ਨੇ ਸਾਰਿਆਂ ਦਾ ਰਿਕਾਰਡ ਰੱਖਿਆ। ਉਹ ਕਹਿੰਦੇ ਤੁਸੀਂ ਹੁਣ ਜਾਓ, ਹੁਣ ਤੁਸੀਂ ਨਾਰਮਲ ਲਾਈਫ ਜੀਓ, ਜਿੱਦਾਂ ਵੀ ਸਾਈਕਲ ਚਲਾਉਂਦੇ ਸੀ, ਬੈਡਮਿੰਟਨ ਖੇਡਦੇ ਸੀ, ਹਾਕੀ ਖੇਡਦੇ ਸੀ, ਸੌਕਰ ਖੇਡ, ਜੋ ਕਰ ਤੁਸੀਂ ਸਭ ਕਰੋ ਤੇ ਤੁਸੀਂ ਹੁਣ 2 ਮਹੀਨੇ ਬਾਅਦ ਸਾਡੇ ਕੋਲ ਫਿਰ ਆਇਓ। ਤੇ ਉਹਨਾਂ ਨੇ 2 ਮਹੀਨੇ ਬਾਅਦ ਉਹਨਾਂ ਦੀ ਰਿਪੋਰਟਾਂ ਫਿਰ ਚੈੱਕ ਕੀਤੀਆਂ ਤੇ ਉਹਨਾਂ ਨੇ ਦੇਖਿਆ ਕਿ ਮੁੜ ਕੇ ਜਿਹੜੇ ਬੰਦਿਆਂ ਦੀ ਰਿਪੋਰਟਾਂ 60 ਸਾਲ ਵਾਲੇ ਬੰਦਿਆਂ ਦੀਆਂ ਆਈਆਂ ਸੀ, ਉਹਨਾਂ ਦੀ ਰਿਪੋਰਟਾਂ ਮੁੜ ਕੇ ਉਸੀ ਦੌਰ ਤੇ ਆ ਗਈਆਂ। ਤੇ ਦੇਖੋ ਅਕਾਲ ਪੁਰਖ ਪ੍ਰਮਾਤਮਾ ਕਿੰਨਾ ਦਿਆਲ ਹੈ। ਇਹਦਾ ਮਤਲਬ ਇਹ ਵੇ ਕਿ ਸਾਨੂੰ ਅਣਜਾਣੇ ਜਿਹੀ ਜੀ ਗਲਤੀ ਹੋ ਜਾਏ ਤੇ ਮੁੜ ਕੇ ਅਸੀਂ ਉਹਨੂੰ ਠੀਕ ਕਰ ਲਈਏ, ਅਸੀਂ ਵਰਜਿਸ਼ ਕਰਨੀ ਸ਼ੁਰੂ ਕਰ ਦਈਏ, ਅਸੀਂ ਐਕਟੀਵਿਟੀ ਸ਼ੁਰੂ ਕਰ ਦਈਏ ਤੇ ਸਾਡਾ ਸਰੀਰ ਮੁੜ ਕੇ ਉਸ ਪਾਸੇ ਨੂੰ ਆ ਜਾਂਦਾ ਹੈ। ਸੋ 18 ਤੋਂ 25 ਸਾਲ ਦੇ ਬੱਚਿਆਂ ਦੇ ਐਕਟੀਵਿਟੀ ਨਾ ਬੈਠੇ ਰਹਿਣ ਕਰਕੇ, ਲੰਮੇ ਪਏ ਰਹਿਣ ਕਰਕੇ, ਖਾਣ ਪੀਣ ਕਰਕੇ, ਕੋਈ ਐਕਟੀਵਿਟੀ ਨਾ ਕਰਕੇ 60 ਸਾਲ ਦੇ ਅੰਗ ਬਣ ਗਏ। ਪਰ ਜਦੋਂ ਉਹਨਾਂ ਨੇ ਐਕਟੀਵਿਟੀ ਕੀਤੀ ਤੇ 60 ਸਾਲ ਤੋਂ ਮੁੜ ਕੇ ਉਹਨਾਂ ਦੀ ਉਮਰ ਦੇ ਮੁਤਾਬਕ ਦੇ ਅੰਗ ਫੇਰ ਬਣ ਗਏ 2 ਮਹੀਨਿਆਂ ਬਾਅਦ। ਸੋ ਬੱਚਿਓ ਇਹ ਗੱਲ ਮੈਂ ਤਾਂ ਦੱਸਣੀ ਜ਼ਰੂਰੀ ਸੀਗੀ ਵੀ ਇਸ ਕਰਕੇ ਅਸੀਂ ਇਹਨੂੰ ਲਾਟ ਸਾਹਿਬ ਜਿਹੜੇ ਸਾਡੇ ਕਿਉਂਕਿ ਸਾਡਾ ਦੇਸ਼ ਗੁਲਾਮ ਰਿਹਾ ਨਾ ਤੇ ਸਾਡੇ ਲੋਕਾਂ ਨੂੰ ਇਹ ਬਿਮਾਰੀ ਬੜੀ ਹੈ। ਉਹ ਕਹਿੰਦੇ ਲੈ ਜੀ ਹੁਣ ਤੇ ਸਾਡੇ ਕੋਲ ਪੈਸੇ ਆ ਗਏ ਨੇ, ਹੁਣ ਮੈਂ ਅਫਸਰ ਬਣ ਗਿਆ ਜੀ, ਹੁਣ ਵੀ ਕੰਮ ਕਰਨਾ ਹੈ ਤੇ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਹੋਇਆ। ਮਤਲਬ ਉਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਵੀ ਕੰਮ ਨਾ ਕਰਕੇ ਆਪਣੇ ਸਰੀਰ ਦਾ ਨੁਕਸਾਨ ਹੋਣਾ। ਸੋ ਮੈਂ ਤੇ ਬੜੇ ਚਾਅ ਦੇ ਨਾਲ ਪੱਠੇ ਵੱਢਦਾ ਕਿ ਪੱਠੇ ਵੱਢਣਾ ਵਰਜਿਸ਼ ਹੁੰਦੀ ਹੈ, ਚਾਹ ਦੇ ਨਾਲ ਆਪਣੇ ਕੰਮ ਕਰੀਦੇ ਨੇ, ਚਾਹ ਦੇ ਨਾਲ ਤੁਰੀਦਾ, ਚਾਹ ਦੇ ਨਾਲ ਸਾਰੇ ਕੰਮ ਕਰੀਦੇ ਨੇ, ਮਤਲਬ ਚੰਗਾ ਲੱਗਦਾ, ਵਰਜਿਸ਼ ਹੁੰਦੀ ਹੈ। ਫਿਰ ਹੁੰਦਾ ਕੀ ਹੈ, ਸਰੀਰ ਥੱਕ ਜਾਂਦਾ ਹੈ ਸ਼ਾਮ ਤੱਕ ਤੇ ਬਹੁਤ ਡੂੰਗੀ ਬੜੀ ਵਧੀਆ ਨੀਂਦ ਆਉਂਦੀ ਹੈ ਤੇ ਸਵੇਰੇ ਫਰੈਸ਼ ਹੋ ਕੇ ਉੱਠੀਦਾ। ਸੋ ਬੱਚੇ ਇਹ ਗੱਲਾਂ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਰੱਖਣਾ ਕਿ ਜਿਹੜੀ ਸੈਰ ਹੈਗੀ ਹੈ, ਵਰਜਿਸ਼ ਹੈਗੀ ਹੈ, ਹੱਥੀਂ ਕੰਮ ਨੇ ਬੜੇ ਜ਼ਰੂਰੀ ਨੇ। ਅਗਲੀ ਗੱਲ ਆ ਗਈ ਬੱਚੇ ਦਿਮਾਗ ਦੀ। ਅੱਛਾ ਸਮਾਂ ਕਿੰਨਾ ਜੀ ਆਪਣੇ ਕੋਲ? ਮੈਂ ਹੁਣ ਫਿਰ ਸਮਾਪਤੀ ਵੱਲ ਵੱਧ ਰਿਹਾ, ਮੈਂ ਉਹਨਾਂ ਸਮਾਂ ਲਵਾਂਗਾ। ਮੈਨੂੰ ਕੋਈ ਦੱਸੇਗਾ ਸਮਾਂ ਕਿੰਨਾ ਆਪਣੇ ਕੋਲ ਬਚਿਆ? ਵੀਰ ਜੀ ਆਪਣੇ ਕੋਲ 5-7 ਮਿੰਟ ਹੋਰ ਹੋਣਗੇ ਕਿਉਂਕਿ ਬੱਚਿਆਂ ਦੇ ਨਾ ਸਵਾਲ ਵੀ ਹੋਣਗੇ। ਅੱਛਾ ਠੀਕ ਹੈ, ਚਲੋ ਹੁਣ ਆ ਗਈ ਗੱਲ ਦਿਮਾਗ ਦੀ। ਦਿਮਾਗ ਬੱਚਿਓ, ਦਿਮਾਗ ਵੀ ਸਾਨੂੰ ਆਪਣਾ ਐਕਟਿਵ ਰੱਖਣਾ ਚਾਹੀਦਾ ਹੈ। ਉਹ ਕਿਵੇਂ ਐਕਟਿਵ ਰੱਖੀਦਾ? ਤੁਸੀਂ ਸਕੂਲ ਦੀ ਪੜ੍ਹਾਈ ਤੇ ਕਰਦੇ ਹੀ ਪਏ ਹੋ, ਪਰ ਤੁਸੀਂ ਪਤਾ ਕੀ ਕਰਨਾ ਹੈ, ਹੁਣ ਤੁਸੀਂ ਸਾਹਿਤ ਪੜ੍ਹਨਾ ਸ਼ੁਰੂ ਕਰੋ ਪੰਜਾਬੀ ਦਾ। ਉਹ 'ਚ ਕਵਿਤਾਵਾਂ ਇਹ ਜਿਹੜੀਆਂ ਤੁਹਾਡੇ ਆਪਣੀ ਬੇਟੀ ਹੈਗੀ ਹੈ, ਇਹਦਾ ਨਾਮ ਹੀ ਭੁੱਲ ਰਿਹਾ, ਬੇਟੇ ਨਾਂ ਕੀ ਸੀ ਤੁਹਾਡਾ? ਮੈਂ ਭੁੱਲ ਗਿਆ। ਜਿਹੜੇ ਹੋਸਟ ਕਰ ਰਹੇ ਹੋ ਤੁਸੀਂ? ਜਸਪ੍ਰੀਤ ਕੌਰ। ਹਾਂ ਤੇ ਤੁਸੀਂ ਨਾ ਬੱਚਿਆਂ ਨੂੰ ਪ੍ਰੇਰਿਤ ਕਰਿਓ ਤੇ ਇਹ ਜਿਹੜਾ ਨਾ ਕੋਈ ਪੰਜਾਬੀ ਦੀਆਂ ਅੱਛੀਆਂ ਕਹਾਣੀਆਂ ਛੁੱਟੀਆਂ ਵਿੱਚ, ਜਦੋਂ ਹਾਲੇ ਪੜ੍ਹਾਈ ਦਾ ਪ੍ਰੈਸ਼ਰ ਨਹੀਂ ਹੈਗਾ, ਤੇ ਕੋਈ ਸਾਹਿਤ ਇਹ ਪੜ੍ਹਨ ਦੀ ਆਦਤ ਪਾਓ। ਤੇ ਉਹਦੇ ਨਾਲ ਕੀ ਕਰਨਾ ਹੈ, ਉਹਦੇ ਵਿੱਚ ਜਿਹੜੇ ਨਵੇਂ-ਨਵੇਂ ਸ਼ਬਦ ਨੇ, ਤੁਸੀਂ ਐਵੇਂ ਦਿਮਾਗ ਦੀ ਗੱਲ ਦੱਸ ਰਿਹਾ। ਕਹਿੰਦੇ ਜਿਹਦੀ ਵੋਕੈਬਲਰੀ ਜਿੰਨੀ ਜ਼ਿਆਦਾ ਵਧੀਆ ਹੋਏਗੀ, ਵੋਕੈਬਲਰੀ ਸ਼ਬਦਾਂ ਦਾ ਭੰਡਾਰ, ਉਹਦਾ ਦਿਮਾਗ ਉਨਾ ਜ਼ਿਆਦਾ ਤੇਜ਼ ਹੋਏਗਾ। ਇਹ ਮਾਹਰਾਂ ਨੇ ਸਿੱਧ ਕੀਤਾ ਹੈ। ਸੋ ਇੱਕ ਤੇ ਤੁਸੀਂ ਰੋਜ਼ ਕੀ ਕਰਨਾ ਹੈ, 2-3-4 ਨਵੇਂ ਸ਼ਬਦ ਸਿੱਖਣੇ ਨੇ ਤੇ ਉਹ ਸ਼ਬਦ ਦਾ ਸੰਦਰਭ ਵੀ ਸਿੱਖਣਾ ਹੈ ਕਿ ਇਹ ਵਿਸ਼ੇਸ਼ਣ ਹੈਗਾ, ਐਡਜੈਕਟਿਵ ਹੈਗਾ, ਐਡਵਰਬ ਹੈਗਾ, ਕਿਰਿਆ ਵਿਸ਼ੇਸ਼ਣ ਹੈਗਾ, ਨਾਊਨ ਹੈਗਾ, ਨਾਮ ਹੈਗਾ, ਤੇ ਇਹਦੀ ਵਰਤੋਂ ਕਿਵੇਂ ਕਰੀਦੀ ਹੈ। ਇਹ ਬੱਚਿਓ ਦਿਮਾਗ ਦੀ ਬੜੀ ਵਧੀਆ ਐਕਸਰਸਾਈਜ਼ ਹੈ। ਤੇ ਜਿਵੇਂ ਜਿਵੇਂ ਤੁਹਾਡਾ ਇਹ ਸ਼ਬਦਾਂ ਦਾ ਭੰਡਾਰ ਵਧੇਗਾ ਤੇ ਤੁਹਾਡੇ ਲਈ ਸਾਰੇ ਵਿਸ਼ੇ ਹੋਰ ਪੜ੍ਹਨੇ ਵੀ ਬੜੇ ਸੌਖੇ ਹੋ ਜਾਣਗੇ। ਦੂਜੀ ਗੱਲ, ਮੈਂ ਜਿਹੜਾ ਮੇਰਾ ਚੈਨਲ ਹੈ ਟਕਸਾਲ ਕੈਪਟਨ ਯਸ਼ਪਾਲ ਸਿੰਘ, ਉਹਦੀ ਪਲੇਲਿਸਟ ਤੇ ਮੈਂ ਇੱਕ ਪਲੇਲਿਸਟ ਬਣਾਈ ਹੈ ਮੈਥ ਟ੍ਰਿਕਸ। ਤੇ ਜਿਹੜੇ ਬੱਚੇ ਮੈਥ ਦਾ ਸ਼ੌਕ ਰੱਖਦੇ ਨੇ ਉਹ ਵੀ ਬੜੀ ਵਧੀਆ ਚੀਜ਼ ਹੈ, ਉਹ ਦਿਮਾਗ ਦੀ ਦਿਮਾਗੀ ਵਰਜਿਸ਼ ਲਈ ਬਹੁਤ ਵਧੀਆ ਚੀਜ਼ ਹੈ ਉਹ। ਤੇ ਉਹ ਮੈਂ ਕਾਫੀ ਉੱਤੇ ਕੰਮ ਕੀਤਾ। ਡਿਵਿਜ਼ੀਬਿਲਿਟੀ ਦੇ ਰੂਲਸ ਹੈਗੇ ਨੇ, ਜ਼ੁਬਾਨੀ ਦਿਮਾਗ ਦੇ ਵਿੱਚ ਸਕੁਅਰ ਕਿਵੇਂ ਬਣਾਉਣਾ ਹੈ 1 ਤੋਂ ਲੈ ਕੇ 100 ਤੱਕ, ਤੇ ਜਿਹੜੀਆਂ 2-2 ਅੰਕਾਂ ਵਾਲੀਆਂ ਜਿਹੜੀਆਂ 2 ਡਿਜਿਟ ਵਾਲੇ ਨੰਬਰ ਵਾਲੀਆਂ ਜਿਹੜੀਆਂ, ਉਹਨੂੰ ਗੁਣਾ ਕਿਵੇਂ ਕਰਨਾ, ਇੱਕੋ ਸਟੈਪ ਵਿੱਚ ਗੁਣਾ ਕਿਵੇਂ ਕਰਨਾ, ਅਸੀਂ 3 ਸਟੈਪ ਵਿੱਚ ਕਰਦੇ ਹਾਂ, ਇੱਕੋ ਸਟੈਪ 'ਚ ਗੁਣਾ ਕਿਵੇਂ ਕਰਨਾ ਹੈ। ਸੋ ਇਹ ਤੁਸੀਂ ਉਹ ਜ਼ਰੂਰ ਦੇਖਿਓ, ਉਹ ਦਿਮਾਗ ਦੀ ਵਰਜਿਸ਼ ਲਈ ਜਿਹੜੇ ਇੱਦਾਂ ਦੇ ਪਜ਼ਲਸ ਨੇ ਇਹ ਬਹੁਤ ਵਧੀਆ ਨੇ। ਸੋ ਇਹ ਹੋ ਗਈ ਦਿਮਾਗੀ ਤੰਦਰੁਸਤੀ। ਇਹ 'ਚ ਮੈਂ 2 ਗੱਲਾਂ ਦੱਸੀਆਂ, ਇੱਕ ਤੇ ਮੈਥ ਦੀਆਂ ਕੈਲਕੂਲੇਸ਼ਨ ਤੇ ਦੂਜੀ ਗੱਲ ਦੱਸੀ ਮੈਂ ਵੋਕੈਬਲਰੀ, ਆਪਣੇ ਸ਼ਬਦਾਂ ਦਾ ਭੰਡਾਰ ਵਧਾਉਣਾ। ਤੀਜੀ ਗੱਲ ਆ ਗਈ ਬੱਚਿਓ ਮਨ ਦਾ ਸਿਹਤਮੰਦ ਹੋਣਾ ਵੀ ਬੜਾ ਜ਼ਰੂਰੀ ਹੈ। ਜੇ ਮਨ ਸਿਹਤਮੰਦ ਨਹੀਂ ਫਿਰ ਤੇ ਇਹ ਸਰੀਰ ਔਰ ਦਿਮਾਗ ਦਾ ਤੰਦਰੁਸਤ ਹੋਇਆ ਦਾ ਕੋਈ ਫਾਇਦਾ ਨਹੀਂ।
ਤੇ ਮਨ ਦੇ ਰੋਗ ਕਿਹੜੇ ਨੇ ਬੱਚਿਓ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੇ ਪੜ੍ਹ ਲਿਖ ਕੇ ਕਾਲੇ ਕਾਨੂੰਨ ਬਣਾਏ ਤੇ ਕੀ ਫਾਇਦਾ? ਪੜ੍ਹ ਲਿਖ ਕੇ ਕਿਡਨੀਆਂ ਵੇਚੀਆਂ ਕੀ ਫਾਇਦਾ? ਪੜ੍ਹ ਲਿਖ ਕੇ ਝੂਠੀ ਗਵਾਹੀ ਦਵਾਈ ਕੀ ਫਾਇਦਾ? ਪੜ੍ਹ ਲਿਖ ਕੇ ਲੋਕਾਂ ਨੂੰ ਲੁੱਟਿਆ ਤੇ ਕੀ ਫਾਇਦਾ? ਉਹ ਪੜ੍ਹਾਈ ਦੇ ਬਾਰੇ ਤੇ ਗੁਰੂ ਸਾਹਿਬ ਕਹਿੰਦੇ ਨੇ, ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭ ਅਹੰਕਾਰਾ। ਜੇ ਉਹ ਪੜ੍ਹਾਈ ਕਰਕੇ ਲਾਲਚ ਦੇ ਅਧੀਨ ਰਹੇ, ਅਹੰਕਾਰ ਕੀਤਾ, ਦੂਜਿਆਂ ਨੂੰ ਨੀਵਾਂ ਕਰਕੇ ਜਾਣਿਆ ਤੇ ਲਾਲਚ ਵਸ ਹੋ ਕੇ ਮਾਇਆ ਇਕੱਠੀ ਕੀਤੀ, ਤੇ ਉਹ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਵਿਚਾਰੀ ਤਾਂ ਮਤਲਬ ਕਿ ਵਿਦਿਆ ਦਾ ਵਿਚਾਰਵਾਨ ਤਾਂ ਮੰਨਿਆ ਜਾਏਗਾ, ਪੜ੍ਹਿਆ ਲਿਖਿਆ ਬੰਦਿਆ ਤਾਂ ਮੰਨਿਆ ਜਾਏਗਾ ਪਰਉਪਕਾਰੀ। ਜੇ ਉਹ ਪਰਉਪਕਾਰ ਕਰੇ, ਉਸ ਪੜ੍ਹਾਈ ਨੂੰ ਵਰਤ ਕੇ ਸਮਾਜ ਵਿੱਚ ਪਰਉਪਕਾਰ ਕਰੇ, ਤਾਂ ਉਹ ਪੜ੍ਹਿਆ ਲਿਖਿਆ ਮੰਨਿਆ ਜਾਏਗਾ। ਤੇ ਬੱਚਿਓ ਤੁਸੀਂ ਬੜੇ ਵਧੀਆ ਰਾਹ ਤੇ ਤੁਰੇ ਹੋਏ ਹੋ, ਤੇ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆਪਣੇ ਜੀਵਨ ਨੂੰ ਅਸੀਂ ਸਿਰਫ ਖਾਣ ਪੀਣ ਔਰ ਸੌਣ ਤੱਕ ਮਹਿਫੂਜ਼ ਨਹੀਂ ਰੱਖਣਾ। ਦੂਜੀ ਗੱਲ, ਤੇ ਖਾਣਾ ਪੀਣਾ ਹੱਸਣਾ ਸੋਣਾ ਤੇ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਸੋ ਕੱਲਾ ਖਾ ਲਿਆ ਪੀ ਲਿਆ ਸੌ ਲਿਆ ਖਾ ਲਿਆ, ਇਹੋ ਜਿਹਾ ਜੀਵਨ ਜਿਹੜਾ ਹੈ ਉਹ ਜਾਨਵਰਾਂ ਵਾਲਾ ਜੀਵਨ ਹੈ। ਸੋ ਪਰਮਾਤਮਾ ਦੀ ਬੰਦਗੀ, ਨਾਮ ਜਪਣਾ, ਬਾਣੀ ਕੰਠ ਕਰਨੀ, ਬਾਣੀ ਗਾਣੀ, ਬਾਣੀ ਨੂੰ ਜੀਵਨ ਚ ਲਿਆਣਾ ਹੈ ਬੜਾ ਜ਼ਰੂਰੀ ਹੈ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਖਸਮ ਨਾ ਆਵੇ ਯਾਦ, ਹਨਾ। ਮਤਲਬ ਜਦੋਂ ਤੱਕ ਜੇ ਪਰਮਾਤਮਾ ਦੀ ਯਾਦ ਹਿਰਦੇ ਚ ਨਹੀਂ ਹੈਗੀ ਤੇ ਖਾਣਾ ਪੀਣਾ ਹੱਸਣਾ ਬੇਕਾਰ ਹੈਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਫਿਰ ਰੋਗ ਸਾਰੇ ਚੰਬੜ ਜਾਂਦੇ ਨੇ ਵਾਲੇ ਮਨ ਦੇ ਜਿਹੜੇ ਹੈਗੇ ਨੇ। ਤੇ ਮਨ ਦੇ ਰੋਗ ਜਿਹੜੇ ਆਉਂਦੇ ਨੇ ਬੱਚਿਓ, ਮਨ ਦੇ ਰੋਗ ਸਰੀਰ ਦੇ ਰੋਗ ਵੀ ਲੈ ਕੇ ਆਉਂਦੇ ਨੇ, ਕਿਉਂਕਿ ਜਿੰਨੇ ਵੀ ਇਹ ਮਾੜੇ ਜਜ਼ਬੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਾ ਚੁਗਲੀ ਈਰਖਾ ਦਵੈਸ਼ ਨਫ਼ਰਤ, ਇਹਨਾਂ ਦੇ ਨਾਲ ਸਾਡੇ ਸਰੀਰ ਵਿੱਚ ਜ਼ਹਿਰੀਲੇ ਰਸ ਰਸਾਇਣਿਕ ਪਦਾਰਥ, ਸਾਡੀ ਗ੍ਰੰਥੀਆਂ ਜਿਹੜੇ ਗਲੈਂਡਸ ਹੈਗੇ ਨੇ ਉਹ ਹਾਰਮੋਨਸ ਰਿਲੀਜ਼ ਕਰਦੇ ਨੇ। ਉਹਨਾਂ ਸਾਡੀ ਹਾਰਟ ਬੀਟ ਵੱਧਦੀ ਹੈ, ਸਾਡੀ ਅੰਦਰ ਕੈਂਸਰਸ ਜਿਹੜੀ ਕੈਮੀਕਲਸ ਪੈਦਾ ਹੁੰਦੇ ਨੇ, ਤੇ ਸਾਡੀਆਂ ਨਾੜੀਆਂ ਸੁੰਗੜਦੀਆਂ ਨੇ। ਸੋ ਇਹ ਸਾਰੀ ਜ਼ਹਿਰ ਪੈਦਾ ਕਰਦੀਆਂ ਨੇ। ਸੋ ਇਸ ਕਰਕੇ ਇਹ ਜਿਹੜੇ ਨੈਗੇਟਿਵ ਜਿਹੜੇ ਇਮੋਸ਼ਨਸ ਹੈਗੇ ਨੇ, ਜਿਹੜੇ ਮਾੜੇ ਵਿਕਾਰ ਵਾਲੇ ਹੈਗੇ ਨੇ, ਇਹਨਾਂ ਨੂੰ ਕਾਬੂ ਕਰਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਗੁਰੂ ਦੀ ਬਾਣੀ। ਸੋ ਤੁਸੀਂ ਉਸ ਪਾਸੇ ਤੁਰੇ ਹੋਏ ਹੋ, ਤੁਸੀਂ ਬੜੇ ਭਾਗਾਂ ਵਾਲੇ ਹੋ। ਸੋ ਇਸ ਤਰ੍ਹਾਂ ਬੱਚਿਓ, ਪਰਮੇਸ਼ਰ ਜਿੱਦਾਂ ਗੁਰੂ ਸਾਹਿਬ ਕਹਿੰਦੇ ਵੀ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਮਿਲ ਲਾਏ। ਸੋ ਜਿਸ ਹਿਰਦੇ ਵਿੱਚੋਂ, ਜਿਸ ਤਨ ਵਿੱਚੋਂ ਬਾਣੀ ਵਿਸਰ ਜਾਂਦੀ ਹੈ, ਉਹ ਫਿਰ ਮਨੁੱਖ ਇਵੇਂ ਕੁਰਲਾਉਂਦਾ ਹੈ ਜਿਵੇਂ ਕਿ ਰੋਗੀ ਕੁਰਲਾ ਰਿਹਾ ਹੋਵੇ। ਸੋ ਪਿਆਰੇ ਬੱਚਿਓ, ਅਸੀਂ ਗੱਲ ਕੀਤੀ ਤਨ ਦੀ, ਅਸੀਂ ਗੱਲ ਕੀਤੀ ਦਿਮਾਗ ਦੀ, ਤੇ ਅਸੀਂ ਗੱਲ ਕੀਤੀ ਮਨ ਦੀ। ਸੋ ਇਹ ਗੱਲਾਂ ਮੈਂ ਆਸ ਕਰਦਾ ਤੁਸੀਂ ਸਮਝ ਲਈਆਂ ਹੋਣਗੀਆਂ, ਨੋਟ ਕਰ ਲਈਆਂ ਹੋਣਗੀਆਂ, ਨੂੰ ਚੇਤੇ ਰੱਖੋ ਤੇ ਤੁਸੀਂ ਆਪਣੇ ਜੀਵਨ ਵਿੱਚ ਇਹਨਾਂ ਨੂੰ ਲਾਗੂ ਕਰਨ ਦਾ ਯਤਨ ਕਰਨਾ ਹੈ। ਤੇ ਜਿਹੜੀ ਮੈਂ ਗੱਲ ਕਰਨੀ ਸੀ ਉਹਦੀ ਮੈਂ ਸਮਾਪਤੀ ਕਰਦਾ। ਤੇ ਜੇ ਕਿਸੇ ਬੱਚੇ ਦੇ ਹਿਰਦੇ ਮਨ ਵਿੱਚ ਕੋਈ ਸਵਾਲ ਹੈਗੇ ਨੇ ਤੇ ਮੈਨੂੰ ਕਰ ਸਕਦੇ ਨੇ। ਸੋ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਤੇ ਵੀਰ ਜੀ ਨੇ ਜਿਹੜਾ YouTube ਦੇ ਚੈਨਲ ਬਾਰੇ ਦੱਸਿਆ, ਮੈਂ ਉਹਦਾ ਲਿੰਕ ਜਿਹੜਾ ਚੈਟ ਦੇ ਵਿੱਚ ਪਾ ਦਿੱਤਾ ਹੈ। ਸੋ ਜ਼ਰੂਰ ਸਾਰੇ ਬੱਚੇ ਸਲਾਹ ਲੈਣ, ਸਾਰੇ ਜਣੇ ਚੈਟ ਬਾਕਸ ਦੇ ਵਿੱਚ ਉਹਨੂੰ ਕਾਪੀ ਪੇਸਟ ਕਰ ਸਕਦੇ ਨੇ ਜੀ, ਆਪਣੇ ਕੋਲ ਸੇਵ ਕਰਕੇ ਰੱਖ ਸਕਦੇ ਨੇ। ਤੇ ਚੈਨਲ ਦਾ ਨਾਮ ਹੈ ਚਟਸਾਲ ਕੈਪਟਨ ਯਸ਼ਪਾਲ ਸਿੰਘ ਜੀ। ਸੋ ਚਟਸਾਲ ਦਾ ਮਤਲਬ ਹੁੰਦਾ ਹੈ ਜਿੱਥੇ ਪਾਠਸ਼ਾਲਾ, ਜਿੱਥੇ ਪੜ੍ਹਾਈ ਕੀਤੀ ਜਾਵੇ। ਗੁਰਬਾਣੀ ਦੇ ਵਿੱਚ ਕਲਾਸਰੂਮ ਨੂੰ ਚਟਸਾਲ ਕਿਹਾ ਗਿਆ ਤੇ ਸਟੂਡੈਂਟਸ ਨੂੰ ਚਾਟੜੇ ਵਰਡ ਯੂਜ਼ ਕੀਤਾ ਗਿਆ। ਸੋ ਇਹਦੇ ਵਿੱਚ 5th ਤੋਂ ਲੈ ਕੇ ਜਿਹੜੇ 8th ਕਲਾਸ ਤੱਕ ਦੇ ਇੰਗਲਿਸ਼, ਮੈਥਸ, ਸਾਇੰਸ ਸਾਰੇ ਸਬਜੈਕਟਸ ਹੈਗੇ ਨੇ। 9, 10 ਦੇ ਵੀ ਮੈਥ ਸਾਇੰਸ ਹੈਗੀ ਹੈ। ਸੋ ਤੁਸੀਂ ਘਰ ਬੈਠ ਕੇ ਆਨਲਾਈਨ ਟੀਚਿੰਗ ਦੇ ਦੁਆਰਾ ਇੱਥੋਂ ਵੀ ਬਹੁਤ ਕੁਝ ਸਿੱਖ ਸਕਦੇ ਹੋ। ਸੋ ਵੀਰ ਜੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਦੱਸਿਆ। ਸੋ ਕੁਝ ਕੁ ਬੱਚਿਆਂ ਦੇ ਹੈਂਡ ਰੇਜ਼ ਹੈਗੇ ਨੇ, ਅਸੀਂ ਉਹ ਲਵਾਂਗੇ ਜੀ। ਮਨਦੀਪ ਕੌਰ ਜੀ, ਅੱਗੋਂ ਕਮਲਜੀਤ ਕੌਰ ਜੀ ਸੰਭਾਲਣ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਦੀਪ ਕੌਰ, EPP ਨੰਬਰ 10160 ਜੀ। ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਆਪ ਜੀ ਦੇ YouTube ਚੈਨਲ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ ਹੈ। ਤੇ ਆਪ ਜੀ ਗੁਰਬਾਣੀ ਦੀ ਵੀ ਕੋਈ ਵੀ ਵੀਡੀਓ ਅਪਲੋਡ ਕਰਦੇ ਹੋ ਤਾਂ ਆਪ ਜੀ ਜ਼ਰੂਰ ਸੈਂਡ ਵੀ ਕਰਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਆਪ ਜੀ ਨੇ ਕੈਂਪ ਦੇ ਵਿੱਚ ਵੀ ਆ ਕੇ ਸਾਨੂੰ ਸਿਹਤ ਬਾਰੇ ਦੱਸਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਹੁਣ ਅਗਲਾ ਹੈਂਡ ਰੇਜ਼ ਕਰ ਲਿਓ ਜੀ। ਰਾਜਵੀਰ ਕੌਰ, EPP ਨੰਬਰ 13556। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਇਹ ਸਵਾਲ ਸੀਗਾ ਕਿ ਸਵੇਰ ਦੀ ਸੈਰ ਕਰਨ ਦੇ ਕੀ ਫਾਇਦੇ ਹੁੰਦੇ ਨੇ? ਹਾਂ ਬੇਟੇ, ਇੱਦਾਂ ਕਿ ਜਿਹੜੇ ਸਵੇਰ ਦੀ ਅਸੀਂ ਕਿਤੇ ਸਾਡੀ ਬਾਡੀ ਜਿਹੜੀ ਹੈ, ਅਸੀਂ ਉਹ ਮਤਲਬ ਕਿ ਇਨਐਕਟਿਵ ਜਿਹੀ ਹੁੰਦੀ ਹੈ, ਥੋੜੀ ਸੁਸਤੀ ਪਈ ਹੁੰਦੀ ਹੈ। ਜਿਹੜੇ ਅਸੀਂ ਸੈਰ ਕਰਦੇ ਹਾਂ
ਤੇ ਸਵੇਰ ਦੀ ਸੈਰ ਦਾ ਇੱਕ ਮਤਲਬ ਇਹ ਹੁੰਦਾ ਕਿ ਉਸਦੇ ਅਸੀਂ ਖਾਲੀ ਪੇਟ ਹੁੰਦੇ ਹਾਂ ਤੇ ਉਹਦੇ ਨਾਲ ਸਾਡੇ ਭੁੱਖ ਦੇ ਜਿਹੜੇ ਹਾਰਮੋਨਸ ਨੇ ਉਹ ਜ਼ਿਆਦਾ ਰਿਲੀਜ਼ ਹੁੰਦੇ ਨੇ। ਠੀਕ ਹੈ, ਸਵੇਰੇ ਮਤਲਬ ਜਿਹੜੇ ਜਾਣਾ ਹੈ ਪਾਣੀ ਪੀ ਕੇ ਜਾਓ, ਸੈਰ ਕਰੋ, ਔਰ ਸੈਰ ਤੇਜ਼ ਤੇਜ਼ ਕਰੋ, ਔਰ ਹੱਥ ਨੂੰ ਹਿਲਾ ਕੇ ਕਰੋ ਇੱਦਾਂ। ਠੀਕ ਹੈ, ਤੇ ਉਹਦੇ ਨਾਲ ਭੁੱਖ ਵੀ ਜ਼ਿਆਦਾ ਲੱਗਦੀ ਹੈ ਤੇ ਸਾਡੀ ਜਿਹੜੀ ਉਹ ਬੋਡੀ ਦੇ ਨਿਊਟ੍ਰੀਸ਼ਨ ਜਿਹੜੇ ਐਬਜ਼ੌਰਬ ਕਰਨੇ ਨੇ, ਮਤਲਬ ਜਿਹੜਾ ਖਾਣੇ 'ਚ ਪੌਸ਼ਟਿਕ ਤੱਤ ਨੇ ਉਹ ਜ਼ਿਆਦਾ ਵਧੀਆ ਐਬਜ਼ੌਰਬ ਹੁੰਦੇ। ਤੇ ਦੂਜੀ ਗੱਲ ਹੈ ਉਹ ਸੁਸਤੀ ਦੂਰ ਹੋ ਗਈ ਹੁੰਦੀ ਹੈ, ਖੂਨ ਦਾ ਦੌਰਾ ਬੜਾ ਤੇਜ਼ ਚੱਲਦਾ ਹੈ ਤੇ ਅਸੀਂ ਉਸ ਵੇਲੇ ਚੁਸਤ ਫੁਰਤ ਹੋ ਜਾਂਦੇ ਹਾਂ ਤੇ ਅਗਲੇ ਦਿਨ ਜਿਹੜਾ ਪੂਰਾ ਦਿਨ ਸਾਡਾ ਅਸੀਂ ਕੰਮ ਕਰਨਾ ਹੈ ਉਹਦੇ ਲਈ ਸਮਝੋ ਕਿਸੇ ਦਾ ਸਾਡਾ ਮੈਦਾਨ ਤਿਆਰ ਹੋ ਜਾਂਦਾ ਹੈ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਨੈਕਸਟ ਹੈਂਡ ਇਜ਼ ਹੈ ਜੀ ਅਵਨੀਤ ਕੌਰ, EPP ਨੰਬਰ 16241। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਸਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਬੜੀ ਵਧੀਆ ਸਿੱਖਿਆ ਦਿੱਤੀ। ਪਰ ਮੇਰਾ ਇੱਕ ਕੁਐਸਚਨ ਸੀ ਕਿ ਸਮਾਜ ਕੀ ਹੁੰਦਾ ਹੈ ਸਰ? ਇਹ ਕੀ ਕਹਿ ਰਹੇ ਬੇਟੇ, ਦੁਬਾਰਾ ਬੋਲਣਾ। ਸਮਾਜ ਕੀ ਹੁੰਦਾ ਹੈ? ਸਮਾਜ ਬੱਚਿਓ, ਇਹ ਸਮਾਜ ਮਤਲਬ ਕੀ ਇਹ ਹੁੰਦਾ ਹੈ ਜਿੱਥੇ ਬਹੁਤ ਸਾਰੇ ਪ੍ਰਾਣੀ ਮਤਲਬ ਕਿ ਮਨੁੱਖ ਪਰਿਵਾਰ ਦੇ ਤੌਰ ਤੇ ਇਕੱਠੇ ਜਿਹੇ ਰਹਿੰਦੇ ਨੇ। ਜਿੱਦਾਂ ਇੱਕ ਟਾਈਮ 'ਚ ਲੋਕੀ ਜੰਗਲ 'ਚ ਰਹਿੰਦੇ ਸੀਗੇ, ਟਾਵੇਂ ਰਹਿੰਦੇ ਸੀਗੇ ਤੇ ਕੋਈ ਕਾਨੂੰਨ ਨਹੀਂ ਸੀਗਾ। ਸਮਾਜ ਵਿੱਚ ਕੀ ਹੁੰਦਾ ਹੈ, ਇੱਕ ਸਾਡੀ ਜ਼ਿੰਮੇਵਾਰੀਆਂ ਹੁੰਦੀਆਂ, ਅਸੀਂ ਆਪਣੇ ਮਰਜ਼ੀ ਨਾਲ ਨਹੀਂ ਰਹਿ ਸਕਦੇ। ਮਤਲਬ ਆਪਣੇ ਘਰ ਤੇ ਮਰਜ਼ੀ 'ਚ ਰਹਿੰਦੇ ਹਾਂ, ਪਰ ਇੱਕ ਸਮਾਜ ਵਿੱਚ ਜਿੱਦਾਂ ਜ਼ਿੰਮੇਵਾਰੀਆਂ ਬਣ ਜਾਂਦੀਆਂ। ਜਿਵੇਂ ਮੈਂ ਆਪਣੇ ਘਰ ਮੈਂ ਕੋਈ ਪ੍ਰੋਗਰਾਮ ਕਰਨਾ ਹੈ ਤੇ ਮੈਂ ਸਪੀਕਰ ਉੱਚੀ ਨਹੀਂ ਲਾਣਾ, ਇਹ ਸੋਚ ਕੇ ਰੱਖਣਾ ਕਿ ਗੁਆਂਢੀਆਂ ਨੂੰ ਤਕਲੀਫ ਨਾ ਹੋਵੇ। ਮੈਂ ਗੰਦ ਨਹੀਂ ਪਾਣਾ, ਮੈਂ ਸੋਚਾਂ ਕਿ ਆਪਣਾ ਗੰਦ ਕੱਢ ਕੇ ਮੈਂ ਉੱਥੇ ਗੁਆਂਢੀਆਂ ਵਾਲੇ ਪਾਸੇ ਛੱਡ ਦੇਵਾਂ। ਸੋ ਇਹ ਸਮਾਜ ਵਿੱਚ ਕੀ ਹੁੰਦਾ ਹੈ, ਸਮਾਜ ਦੇ ਵਿੱਚ ਇੱਕ ਸਾਨੂੰ ਦੂਜੇ ਦਾ ਓਟ ਆਸਰਾ ਵੀ ਹੁੰਦਾ, ਸਪੋਰਟ ਵੀ ਹੁੰਦਾ, ਇਹਦੇ ਫਾਇਦੇ ਵੀ ਹੁੰਦੇ ਨੇ। ਪਰ ਸਮਾਜ ਵਿੱਚ ਜੀਣ ਲਈ ਸਾਨੂੰ ਕੁਝ ਆਪਣੀ ਜ਼ਿੰਮੇਵਾਰੀਆਂ ਵੀ ਸਿੱਖਣੀਆਂ ਪੈਂਦੀਆਂ। ਜਿੱਦਾਂ ਮੈਂ ਪਾਣੀ ਨਹੀਂ ਬਰਬਾਦ ਕਰਨਾ, ਮੈਂ ਬਿਜਲੀ ਬਰਬਾਦ ਨਹੀਂ ਕਰਨੀ, ਮੈਂ ਗੰਦ ਨਹੀਂ ਪਾਣਾ, ਮੈਂ ਦੂਜੇ ਲੋਕਾਂ ਨੂੰ ਡਿਸਟਰਬ ਨਹੀਂ ਕਰਨਾ, ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਕਰਕੇ ਮੇਰੇ ਆਂਢ ਗੁਆਂਢ ਵਿੱਚ ਉਹਨਾਂ ਦੇ ਜੀਵਨ ਵਿੱਚ ਕੋਈ ਖਲਲ ਪਵੇ। ਸੋ ਸਮਾਜ ਹੁੰਦਾ ਹੈ ਬੱਚਿਓ ਲੋਕਾਂ ਦਾ ਇਕੱਠ, ਜਿੱਥੇ ਲੋਕ ਇਕੱਠੇ ਹੋ ਕੇ ਕਿਸੇ ਨਗਰ ਵਿੱਚ, ਕਿਸੇ ਪਿੰਡ ਵਿੱਚ, ਕਿਸੇ ਦੇਸ਼ ਵਿੱਚ। ਸੋ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅੰਕਲ ਬੇਟੇ ਜੀ, ਜੀ। ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਅੰਕਲ ਜੀ, ਮੇਰਾ ਇਹ ਕੁਐਸਚਨ ਸੀ ਕਿ ਆਪਾਂ ਨੂੰ ਜਿਵੇਂ ਆਪਾਂ ਕੋਈ ਗੱਲ ਭੁੱਲ ਜਾਂਦੇ ਆ, ਉਹਦੀ ਬਿਮਾਰੀ ਮਤਲਬ ਜਿਵੇਂ ਆਪਾਂ ਭੁੱਲ ਜਾਂਦੇ ਹਾਂ ਕੋਈ ਵੀ ਗੱਲ ਦੱਸਣ ਲੱਗੇ, ਉਹ ਤੋਂ ਆਪਾਂ ਹਨਾ ਬਦਾਮ ਖਾ ਸਕਦੇ ਹਾਂ ਉਸ ਚੀਜ਼ ਤੋਂ? ਹਾਂ ਬੇਟੇ, ਇਸ ਤਰ੍ਹਾਂ ਹੈ, ਉਹਦਾ ਤਰੀਕਾ ਪਤਾ ਕੀ ਹੈ, ਤੁਸੀਂ ਆਪਣੇ ਕੋਲ ਇੱਕ ਡਾਇਰੀ ਔਰ ਪੈਨ ਰੱਖੋ। ਹਾਂਜੀ। ਤੇ ਉਹ ਜਿਹੜੀ ਗੱਲ ਹੈਗੀ ਉਹਨੂੰ ਨੋਟ ਕਰ ਲਿਆ ਕਰੋ। ਜਦੋਂ ਤੁਸੀਂ ਇਹਦਾ ਪ੍ਰੈਕਟਿਸ ਕਰਦੇ ਰਹੋਗੇ ਫਿਰ ਹੌਲੀ ਹੌਲੀ ਤੁਹਾਨੂੰ ਮਾਈਂਡ ਤੁਹਾਡਾ ਉਹਦਾ ਐਡਜਸਟ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ ਜੀ, ਥੈਂਕ ਤੇ ਯੂ। ਦੂਜੀ ਗੱਲ ਇਹ ਵੀ ਹੈ, ਜਿਹੜੀ ਗੱਲ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ ਉਹਨੂੰ ਆਪਣੇ ਆਪ ਨੂੰ ਦੁਹਰਾਓ। ਜਿੱਦਾਂ ਆਪਣਾ ਨਾਂ ਲੈ ਕੇ ਕਹੋ, ਜਿੱਦਾਂ ਮੈਂ ਕਹਾਂ ਯਸ਼ਪਾਲ ਸਿੰਘ, ਤੇ ਯਸ਼ਪਾਲ ਸਿੰਘ ਕੱਲ ਮੈਂ ਇਹ ਕੰਮ ਕਰਨਾ ਹੈ, ਉੱਚੀ ਬੋਲੋ ਆਪਣੇ ਆਪ। ਮਤਲਬ ਇਕੱਲੇ ਹੋ ਗਏ ਨਾ ਕਿਤੇ, ਆਪਣੇ ਆਪ ਨੂੰ ਉੱਚੀ ਬੋਲੋ। ਕਿ ਜਿੱਦਾਂ ਤੁਸੀਂ ਕਿਸੇ ਨੂੰ ਦੱਸਦੇ ਪਏ ਹੋ, ਤੁਸੀਂ ਆਪਣੇ ਆਪ ਨੂੰ ਦੱਸਦੇ ਪਏ ਹੋ। ਇਹ ਵੀ ਇੱਕ ਕਿਸਮ ਦਾ ਤੁਹਾਨੂੰ ਯਾਦ ਰੱਖਣ ਦੀ ਟੈਕਨੀਕ ਹੈਗੀ ਹੈ। ਜਾਂ ਫਿਰ ਜਿਹੜੀ ਬਹੁਤ ਜ਼ਰੂਰੀ ਗੱਲ ਹੈ, ਉਹਦੀ ਇੱਕ ਛੋਟੀ ਡਾਇਰੀ ਰੱਖੋ, ਉਹ ਤਰੀਕ ਲਿਖ ਕੇ ਤੇ ਉਹ ਤੇ ਲਿਖ ਲਵੋ। ਹੁਣ ਮੇਰੇ ਵੀ ਕਈ ਸਾਰੇ ਕੰਮ ਹੁੰਦੇ ਨੇ, ਮੈਂ ਡਾਇਰੀ 'ਚ ਲਿਖਦਾ ਰਹਿਣਾ, ਤੇ ਜਿਹੜੇ ਕੰਮ ਨਿਪਟਦੇ ਜਾਂਦੇ ਫਿਰ ਤੇ ਮੈਂ ਕਾਟਾ ਮਾਰ ਦਿੰਦਾ ਨਾ, ਤੇ ਜਿਹੜੇ ਨਵੇਂ ਜੁੜਦੇ ਨੇ ਉਹ ਮੈਂ ਕੰਮ ਲਿਖਦਾ ਰਹਿਣਾ, ਉਹਨਾਂ ਫਿਰ ਕੋਈ ਟੈਨਸ਼ਨ ਨਹੀਂ ਰਹਿ ਜਾਂਦੀ। ਠੀਕ ਹੈ ਜੀ। ਹਾਂਜੀ ਹਾਂਜੀ, ਨੈਕਸਟ ਬੱਚਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਸਵਾਲ ਸੀ ਵੀ ਮਤਲਬ ਹੁਣ ਨਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਆਨਲਾਈਨ ਕਲਾਸਾਂ ਲੱਗਦੀਆਂ ਜਿਵੇਂ, ਤੇ ਸਰੀਰ ਤੇ ਦਿਮਾਗ ਵਿੱਚ ਨਾ ਉਵੇਂ ਫੁਰਤੀ ਜਿਹੀ ਨਹੀਂ ਰਹਿੰਦੀ ਜਿਵੇਂ ਪਹਿਲਾਂ ਹੁੰਦੀ ਹੈ, ਤੇ ਇਸ ਤੋਂ ਮਤਲਬ ਕਿਵੇਂ ਹਨਾ ਰਾਹਤ ਲੈ ਸਕਦੀ ਹੈ ਵੀ ਫੁਰਤੀ ਰਹੇ? ਇਹ ਥੋੜਾ ਜਿਹਾ ਦੁਬਾਰਾ ਬੋਲੋ ਬੇਟੇ, ਮੈਨੂੰ ਗੱਲ ਪੂਰੀ ਸਮਝ ਨਹੀਂ ਆਈ ਤੁਹਾਡੀ। ਸਰ ਵੀ ਜਿਵੇਂ ਹਨਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਆਨਲਾਈਨ ਕਲਾਸਾਂ ਲੱਗਦੀਆਂ, ਇੱਕ ਥਾਂ ਤੇ ਬਹਿ ਕੇ ਫੋਨ ਤੇ ਕਲਾਸਾਂ ਲਗਾ ਰਹੇ ਹੁੰਦੇ ਆ, ਸਰੀਰ ਨਾ ਉਹਨਾਂ ਦਿਮਾਗ ਫੁਰਤ ਨਹੀਂ ਰਹਿੰਦਾ, ਉਹ 'ਚ ਫੁਰਤੀ ਕਿਵੇਂ ਲਿਆਂਦੀ ਜਾ ਸਕਦੀ ਹੈ? ਹਾਂਜੀ ਠੀਕ ਹੈ ਬੇਟੇ, ਇਹ ਬੇਟੇ ਮੈਂ ਗੱਲ ਸਮਝ ਗਿਆ, ਇਹ ਮੈਨੂੰ ਪਤਾ ਕੀ ਸਮੱਸਿਆ ਹੈ। ਇਹਦਾ ਵਿੱਚ ਬੇਟੇ ਇੱਕ ਤੇ ਤਰੀਕਾ ਹੈਗਾ, ਦੇਖੋ ਹੁਣ ਆਨਲਾਈਨ ਕਲਾਸਾਂ ਚੱਲ ਰਹੀਆਂ, ਅਸੀਂ ਇਹ ਦੇਖਣਾ ਹੈ, ਤੁਸੀਂ ਇਹ ਦੇਖੋ ਜਿਹੜੇ ਤੁਸੀਂ ਆਨਲਾਈਨ ਕਲਾਸ ਲੈਂਦੇ ਹੋ ਤੇ ਤੁਸੀਂ ਆਪਣੇ ਘਰ ਕੋਈ ਇੱਦਾਂ ਦੀ ਥਾਂ ਬਣਾ ਕੇ ਦੇਖੋ ਵੀ ਵਿੱਚ ਖੜੇ ਹੋ ਕੇ ਕਲਾਸ ਲੈ ਸਕਦੇ ਹੋ। ਕਈ ਜਗ੍ਹਾ ਜੇ ਤੁਸੀਂ ਘਰ ਲੈਪਟਾਪ ਵਰਤਦੇ ਹੋ, ਜਿਲੇ ਥੋੜੀ ਦੇਰ ਬੈਠੇ ਤੇ ਚੱਕ ਕੇ ਉਹਨੂੰ ਇੱਕ ਉੱਚੇ ਟੇਬਲ ਤੇ ਕਿਤੇ ਹੋਰ ਥਾਂ ਰੱਖ ਲਿਆ, ਫਿਰ ਖੜੇ ਹੋ ਗਏ, ਠੀਕ ਹੈ। ਤੇ ਜਦੋਂ ਕਲਾਸ ਵਿੱਚ ਬ੍ਰੇਕ ਮਿਲੇ, ਕਲਾਸ ਬ੍ਰੇਕ ਮਿਲਦੀ ਹੈ ਤੁਹਾਨੂੰ, 2 ਕਲਾਸਾਂ ਵਿੱਚ ਬ੍ਰੇਕ ਮਿਲਦੀ ਹੈ ਬੇਟੇ? ਵੀਰ ਜੀ ਸ਼ਾਇਦ ਕੋਈ ਕਨੈਕਸ਼ਨ ਐਰਰ ਹੋ ਗਿਆ, ਬੱਚੇ ਦੀ ਨਾ ਆਵਾਜ਼ ਨਹੀਂ ਆ ਰਹੀ। ਅੱਛਾ, ਤੁਸੀਂ ਉਹਨੂੰ ਇਹ ਪੁੱਛੋ ਬੱਚੀ ਨੂੰ ਕਿ ਜਿਹੜੇ ਆਨਲਾਈਨ ਇੱਕ ਕਲਾਸ ਖਤਮ ਹੁੰਦੀ ਹੈ, ਉਹ ਦੂਜੀ ਕਲਾਸ ਵਿੱਚ ਔਰ ਪਹਿਲੀ ਕਲਾਸ ਕਿੰਨਾ ਬ੍ਰੇਕ ਮਿਲਦਾ ਹੈ?
ਨਾਰਮਲੀ ਵਿੱਚ ਸਕੂਲਸ ਦੇ ਵਿੱਚ 15-20 ਮਿੰਟ ਦਾ ਬ੍ਰੇਕ ਹੋ ਜਾਂਦਾ ਜੀ। ਹਾਂ, ਤੇ ਤੁਸੀਂ ਕੀ ਕਰਨਾ ਹੈ, 15-20 ਮਿੰਟ ਦਾ ਜਦੋਂ ਬ੍ਰੇਕ ਮਿਲੇ ਤੇ ਤੁਸੀਂ ਇਹਦਾ ਪੀਟੀ ਜੀ ਕਰ ਲੈਣੀ, ਇਦਾਂ ਕੀਤੀ ਐਕਸਰਸਾਈਜ਼, ਇਦਾਂ ਕੀਤੀ 10 ਵਾਰ ਇਦਾਂ ਕੀਤਾ, ਫਿਰ ਥੋੜਾ ਸੈਰ ਕਰ ਲਿਆ, ਘੁੰਮ ਲਿਆ। ਉਸ ਲਈ ਤੁਸੀਂ 15 ਮਿੰਟ ਬੈਠੇ ਨਹੀਂ ਰਹਿਣਾ, ਥੋੜਾ ਪਾਣੀ ਪੀਣਾ ਤੇ ਨਾਲ ਇਦਾਂ ਦੀ ਵਰਜਿਸ਼ ਕਰ ਲੈਣੀ, ਥੋੜੀ ਜਿਹੀ ਹੱਥ ਘੁਮਾ ਲੈ ਮਾੜਾ ਜਿਹਾ, ਇਦਾਂ ਘੁਮਾ ਲੈ, ਜਿੱਦਾਂ ਸਵਿਮਿੰਗ ਕਰੀ ਦੀ ਹੈ ਨਾ, ਇਦਾਂ ਕਰ ਲਈ, ਐਕਸਰਸਾਈਜ਼ ਕਰ ਲਈ, ਇਦਾਂ ਐਕਸਰਸਾਈਜ਼ ਕਰ ਲਈ, ਥੋੜਾ ਪਿੱਛੇ ਨੂੰ ਸਟ੍ਰੈਚਿੰਗ ਕਰ ਲਈ, ਥੋੜਾ ਇਦਾਂ ਕਰ ਲਈ, ਥੋੜੀ ਇਦਾਂ ਕਰ ਲਈ, ਥੋੜੀ ਫਿਰ ਇਦਾਂ ਕਰ ਲਈ, ਇਦਾਂ ਕਰ ਲਈ। ਇਹ ਸਾਰਾ ਬਹੁਤ ਵਧੀਆ ਹੈ। ਜੇ ਤੁਸੀਂ ਇਦਾਂ ਕਰੋਗੇ ਤੇ ਤੁਸੀਂ ਦੇਖੋ, ਤੁਸੀਂ 10 ਦਿਨ ਦਾ ਕਰਕੇ ਦੇਖੋ, ਉਹਦੇ 15 ਮਿੰਟ ਨੇ ਬੱਚਿਓ, ਉਹ ਤੁਸੀਂ ਇਦਾਂ ਬੈਠ ਕੇ ਇਦਾਂ ਉੱਥੇ ਬੈਠੇ ਨਹੀਂ ਰਹਿਣਾ ਜਿੱਥੇ ਕਲਾਸ ਲੈ ਰਹੇ ਸੀਗੇ। ਬੱਚੇ ਕੀ ਕਰਦੇ ਨੇ, ਉਹ ਥਕੇਵਾਂ ਜਿਹਾ ਮਹਿਸੂਸ ਕਰਕੇ ਉੱਥੇ ਹੀ ਬੈਠ ਕੇ ਅੱਖਾਂ ਬੰਦ ਕਰਕੇ ਉੱਥੇ ਪੈ ਜਾਂਦੇ ਨੇ। ਨਹੀਂ, ਤੁਸੀਂ ਆਪਣੇ ਘਰ ਵਿੱਚ ਹੀ ਚੱਕਰ ਲਾਓ 8-10 ਤੇ ਥੋੜੀ ਜਿਹੀ ਪੀਟੀ ਕਰ ਲਓ, ਠੀਕ ਹੈ ਜੀ। ਇਹ ਤੁਸੀਂ ਆਪਣਾ ਬੇਟੇ ਸਾਰੇ ਬੱਚਿਆਂ ਨੂੰ ਇਹ ਗੱਲ ਦੱਸਣੀ ਹੈ ਜ਼ਰੂਰ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ ਥੈਂਕ ਯੂ, ਬਹੁਤ ਵਧੀਆ ਇਨਫੋਰਮੇਸ਼ਨ ਦੇਣ ਲਈ। ਸਰ ਮੇਰਾ ਕੁਐਸਚਨ ਸੀ ਕਿ ਜਿਹੜੇ ਬੱਚੇ ਨੇਲਸ ਬਾਈਟ ਕਰਦੇ ਨੇ, ਉਹ ਕਿਵੇਂ ਹਟ ਸਕਦੀ ਹੈ ਹੈਬਿਟ? ਹਾਂ ਬੇਟੇ, ਵੈਸੇ ਦੇਖੋ, ਨੇਲ ਬਾਈਟਸ, ਪਹਿਲੀ ਗੱਲ ਤੇ ਉਹਨਾਂ ਨੂੰ ਇਹ ਸਮਝਾਓ ਕਿ ਇਹਦੇ ਨਾਲ ਤੁਹਾਨੂੰ ਪੇਟ 'ਚ ਕੀੜੇ ਹੋ ਸਕਦੇ ਨੇ, ਇਨਫੈਕਸ਼ਨ ਹੋ ਸਕਦਾ ਹੈ ਹਨਾ, ਕਿਉਂਕਿ ਨਹੁੰ ਵਿੱਚ ਮੈਲ ਫਸੀ ਹੁੰਦੀ ਹੈ, ਉਹ ਮੂੰਹ ਚਲੀ ਜਾਂਦੀ ਹੈ। ਇੱਕ ਤੇ ਉਹਨੂੰ ਇਸ ਬਾਰੇ ਥੋੜੀ ਕਾਉਂਸਲਿੰਗ ਕਰੋ ਉਹਦੀ, ਤੇ ਦੂਜੀ ਗੱਲ ਹੈ ਵੇ ਕਿ ਤੁਸੀਂ ਉਹਦੇ ਬਾਰੇ ਸੁਚੇਤ ਰਹੋ। ਆਪਣੇ ਆਪ ਨੂੰ ਕਹੋ, ਜਿੱਦਾਂ ਤੁਸੀਂ ਸਵੇਰੇ ਜਿਹੜੇ ਉੱਠੇ ਨਾ, ਤੇ ਸਵੇਰੇ ਉੱਠੇ ਕਹਿਣਾ ਵੀ ਜੋ ਵੀ ਤੁਹਾਡਾ ਨਾਂ ਹੈ, ਵੀ ਜਿਹੜਾ ਜਸਪਾਲ ਸਿੰਘ ਦਿਨ ਚੜਿਆ ਤੇ ਦੇਖ ਯਾਦ ਰੱਖੀ ਅੱਜ ਤੂੰ ਨਾਂ ਨਹੀਂ ਟੁੱਕਣਾ। ਰੋਜ਼ ਆਪਣੇ ਆਪ ਨੂੰ ਤਾਂ ਰਿਮਾਈਂਡ ਕਰਾਓ 3-4 ਵਾਰ। ਉਹਦੇ ਨਾਲ ਕੀ ਹੁੰਦਾ ਹੈ, ਇੱਕ ਕਿਸਮ ਦੀ ਸੈਲਫ ਕਾਉਂਸਲਿੰਗ ਹੁੰਦੀ ਹੈ, ਤੁਹਾਡੇ ਮਾਈਂਡ ਵਿੱਚ ਉਹ ਗੱਲ ਰਜਿਸਟਰ ਹੁੰਦੀ ਹੈ, ਠੀਕ ਹੈ। ਇੱਦਾਂ ਟਰਾਈ ਕਰਕੇ ਦੇਖੋ। ਤੇ ਦੂਜੀ ਗੱਲ ਇਹ ਵੇ ਕਿ ਤੁਸੀਂ ਆਪਣੇ ਆਪ ਨੂੰ ਖੁਦ ਅਬਜ਼ਰਵ ਕਰੋ ਕਿ ਜਦੋਂ ਤੁਸੀਂ ਇਹ ਨਾਂ ਇੱਦਾਂ ਟੁੱਕਦੇ ਹੋ, ਉਸ ਵੇਲੇ ਕੀ ਹੋਇਆ ਹੁੰਦਾ ਹੈ। ਮੇਰੀ ਗੱਲ ਸਮਝ ਰਹੇ ਮੈਂ ਕੀ ਕਰ ਰਿਹਾ? ਉਹਦੀ ਪੜਚੋਲ ਕਰੋ ਕਿ ਉਸ ਵੇਲੇ ਕਿਸੇ ਨੇ ਤੁਹਾਨੂੰ ਡਾਂਟਿਆ ਹੁੰਦਾ ਹੈ, ਜਾਂ ਮੰਮੀ ਨੇ ਕੁਝ ਕਿਹਾ ਹੁੰਦਾ ਹੈ, ਜਾਂ ਕੀ ਹੋਇਆ ਉਸ ਵੇਲੇ, ਤੁਸੀਂ ਟੈਂਸ ਹੁੰਦੇ ਹੋ, ਡਰੇ ਹੁੰਦੇ ਹੋ, ਕੀ ਗੱਲ ਹੁੰਦੇ ਹੋ, ਕਿਉਂ ਇਦਾਂ ਹੁੰਦਾ ਹੈ। ਤਾਂ ਉਸ ਚੀਜ਼ ਨੂੰ ਭਾਂਪਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਜੜੋਂ ਮਿਟਾਉਣ ਦੀ ਕੋਸ਼ਿਸ਼ ਕਰੋ। ਪਹਿਲੀ ਗੱਲ ਤਾਂ ਦੇਖੋ ਵੀ ਇਹ ਇੰਨਾ ਵੱਡਾ ਰਿਸਕ ਹੈਗਾ, ਇੰਨਾ ਮੈਂ ਬਿਮਾਰ ਹੋ ਜਾਵਾਂਗੀ, ਮੈਨੂੰ ਟਾਈਫਾਇਡ ਹੋਏਗਾ, ਮੈਨੂੰ ਕੋਈ ਢਿੱਡ 'ਚ ਕੀੜੇ ਪੈ ਜਾਣਗੇ, ਫਿਰ ਦਵਾਈ ਖਾਣੀ ਪਏਗੀ। ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉੱਠ ਕੇ ਆਪਣੇ ਆਪ ਨੂੰ ਇਹ ਕਹਿਣਾ ਕਿ ਅੱਜ ਤੂੰ ਇਹ ਕੰਮ ਨਹੀਂ ਕਰਨਾ। ਫਿਰ ਉਹਨੂੰ ਤੁਸੀਂ ਮੋਨੀਟਰਿੰਗ ਕਰੋ ਵੀ ਇਹ ਕਿੰਨਾ ਘਟ ਰਿਹਾ, ਜੇ ਘਟ ਰਿਹਾ ਤੇ ਆਪਣੇ ਨੂੰ ਹੱਲਾਸ਼ੇਰੀ ਦਿਓ, ਸ਼ਾਬਾਸ਼, ਵੈਰੀ ਗੁੱਡ, ਵੀ ਕੱਲ ਤੂੰ 2 ਵਾਰ ਟੁੱਕੇ ਸੀ, ਅੱਜ ਤੂੰ 1 ਵਾਰ ਟੁੱਕਿਆ ਹੈ ਨਾ, 9 ਤੇ ਇਦਾਂ ਕਰਦੇ ਕਰਦੇ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਜ਼ਰੂਰ। ਤੇ ਮੈਂ ਜਿੱਦਾਂ ਦੱਸਿਆ ਵੀ ਉਹ ਕੋਸ਼ਿਸ਼ ਕਰੋ ਜਦੋਂ ਇਹ ਹੋਵੇ ਤੇ ਸੋਚੋ ਵੀ ਕੀ ਹੋਇਆ, ਮੈਂ ਇਦਾਂ ਕਿਉਂ ਕਰ ਰਿਹਾ, ਮੈਂ ਇਦਾਂ ਕਿਉਂ ਕਰ ਰਹੀ ਹਾਂ, ਕੀ ਹੋਇਆ, ਕਿ ਮੈਨੂੰ ਕਿਸੇ ਨੇ ਕੁਛ ਕਿਹਾ, ਜਾਂ ਮੈਨੂੰ ਕਿਸੇ ਗੱਲ ਦੀ ਚਿੰਤਾ ਹੈ, ਮੈਨੂੰ ਕਿਸੇ ਗੱਲ ਦਾ ਡਰ ਹੈ, ਜਾਂ ਮਤਲਬ ਜੋ ਵੀ ਹੈ, ਤੇ ਫਿਰ ਉਸ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰੋ ਤੇ ਫਿਰ ਦੇਖੋ ਕੀ ਹੁੰਦਾ। ਓਕੇ, ਥੈਂਕ ਯੂ ਸੋ ਮਚ ਸਰ। ਵਾਹਿਗੁਰੂ ਜੀ ਕਾ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਕੈਪਟਨ ਯਸ਼ਪਾਲ ਸਿੰਘ ਜੀ ਦਾ। ਬਹੁਤ ਸਾਰੇ ਹੈਂਡਸ ਹਜੇ ਵੀ ਹੱਥ ਹਜੇ ਵੀ ਖੜੇ ਨੇ ਕਿ ਬੱਚੇ ਸਵਾਲ ਪੁੱਛਣਾ ਚਾਹੁੰਦੇ ਨੇ, ਔਰ ਬਹੁਤ ਸਾਰੇ ਬੱਚੇ ਚੈਟ ਦੇ ਵਿੱਚ ਵੀ ਤੁਹਾਡਾ ਸਰ ਥੈਂਕ ਯੂ ਕਰ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਹੈ, ਔਰ ਆਸ ਕਰਦੇ ਹਾਂ ਜੋ ਜਾਣਕਾਰੀ ਮਿਲੀ ਉਹਦੇ ਤੇ ਅਸੀਂ ਸਾਰੇ ਅਮਲ ਵੀ ਕਰਾਂਗੇ। ਸੋ ਅਸੀਂ ਜੀ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ ਤੇ ਨਾਲ ਆਸ ਕਰਦੇ ਹਾਂ ਕਿ ਅਗਲੀ ਵਾਰੀ ਫਿਰ। ਠੀਕ ਹੈ ਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਆਸ ਕਰਦੇ ਹਾਂ ਕਿ ਤੁਸੀਂ ਅੱਜ ਬਹੁਤ ਕੁਝ ਸਿੱਖਿਆ ਹੋਏਗਾ ਜੀ। ਤੇ ਹੁਣ ਅੱਜ ਆਪਾਂ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਕੱਲ ਫੇਰ ਅਸੀਂ ਇਸੇ ਟਾਈਮ ਜੁੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।